अब तेरी वड्या कोई ना जाने मेरा आनंद गुणी निदान गुरु गरीब नवाज सारी संगत गज के बोलना सतनाम श्री वाहेगुरु जी। ओ सिख कौम तलवार जो होई पैदा तेगा खादियां तेगा मारियां ने वगदे लहू विच रंग के लाल कपड़े ते जोड़े पैण ले सूहे ललारियां ने जद भी कौम ते बड़ी विपदा जद भी देश जा कौम ते बड़ी विपदा ते जानवर ने कर वारियां ने मुफ्त मुफ्त मंग के सिरां दे नाल सरदारियां ने सतगुर ने दे पोल खंडे दी गीता पार उतारा सुन सिंगा सरदारा तू दुनिया तो न्यारा सुन सिंगा सरदारा तू दुनिया तो न्यारा। एवें दित्ती रोल जवानी ओ समझा ना इशारा सुन सिंगा सरदारा तू दुनिया तो न्यारा सुन सिंगा सरदारा तू दुनिया तो न्यारा।
तली टिकाए, बंद बंद कर अंग कटाए। होए ना जोधिया नू प्रणाम मेरा, हो ना जोधिया नू प्रणाम मेरा, ते जाना देश दे लेखे जो ला गए ने, जन डोले नी मावा दे बंदीरे, ते हस के अपना फर्ज निभा गए ने। सिर तली टिकाए, बंद बंद कर अंग कटाए। आर्या दे नाल तन चिरवाए, आर्या दे नाल तन चिरवाए। ओ सीना मुखों उचारा, सुन संगा सरदारा, तू दुनिया तो न्यारा। सुन संगा सरदारा, तू दुनिया तो न्यारा। देखी काले कई जूंदे जंडा नाल साड़े। बने दलेर मौत दे लाड़े, बने दलेर मौत दे लाड़े। ओ सीना मुखों उचारा, सुन संगा सरदारा, तू दुनिया तो न्यारा। सुन संगा सरदारा, तू दुनिया तो न्यारा। सुन संगा सरदारा, तू दुनिया तो न्यारा। हो सिख कौम रजिवड़े जोधियां दी इहदे तौर कुछ वखरे ढंग दे ने। सिख कौम रजिवड़े जोधियां दी इहदे तौर कुछ वखरे ढंग दे ने। दुनिया भीख मंगे रब तो जिंदगी दी, जूझ मरण दा बल ए मंगदे ने। इहदी अणख नूं जेड़े वंगारदे ने उहनूं डंग दे वांग भुजंगदे ने। इहने संत सिपाही ते वीर सूरे रते होए विच नाम दे रंग दे ने। वालीए कुल आलम रहमतां दे मुजस्मे दयालता दे सागर बख्शिशां दे भंडारे भगत वशल कृपा निदान ज़ाहरा ज़हूर हाजरा हजूर सर्व कला भरपूर सर्व शक्तिमान सतगुरु साहिब श्री गुरु ग्रंथ साहिब महाराज जी दी पावन पवित्र हजूरी दे अंदर सजे हुए मुकद्दस दरबार दे अंदर हाजरियां भर के
ਮਹਾਂਪੁਰਸ਼ਾਂ ਨੂੰ ਨਤਮਸਤਕ ਹੋਣ ਵਾਸਤੇ ਪਹੁੰਚੇ ਹੋ। ਸੰਤ ਬਾਬਾ ਕੇਸਰ ਸਿੰਘ ਜੀ ਜਿਨ੍ਹਾਂ ਨੇ ਇਸ ਧਰਤੀ ਨੂੰ ਭਾਗ ਲਾਏ, ਤੇ ਜੇ ਮੈਂ ਕਹਿ ਦੇਵਾਂ ਤੇ ਅਤਕਥਨੀ ਗੱਲ ਨਹੀਂ ਹੋਵੇਗੀ ਕਿ ਜੰਗਲ ਦੇ ਵਿੱਚ ਮੰਗਲ ਲਾ ਦਿੱਤਾ। ਉਹਨਾਂ ਦੀ ਬੰਦਗੀ ਦੀ ਮਹਿਕ ਆ ਤੁਹਾਡਾ ਇਕੱਤਰ ਹੋਇਆ ਇਕੱਠ, ਆ ਤੁਹਾਡਾ ਇੱਥੇ ਜੁੜ ਕੇ ਬੈਠਣਾ, ਇਹ ਉਹਨਾਂ ਦੀ ਬੰਦਗੀ ਦੀ ਮਹਿਕ ਹੈ, ਜੋ ਸਰੀਰ ਕਰਕੇ ਨਾ ਹੋਣ ਕਰਕੇ ਵੀ ਉਹ ਆਪਣੇ ਕਰਮਾਂ ਕਰਕੇ ਤੁਹਾਡੇ ਵਿੱਚ ਬੈਠੇ ਹੋਏ ਨੇ। ਕਿਉਂਕਿ ਸਤਪੁਰਸ਼ ਜਿਹੜੇ ਆ ਨਾ, ਉਹ ਕਦੇ ਕੋਈ ਡਿਗਰੀ ਲੈ ਕੇ ਸਤਪੁਰਸ਼ ਨਹੀਂ ਬਣਦਾ, ਸੰਤ ਕੋਈ ਡਿਗਰੀ ਲੈ ਕੇ ਨਹੀਂ ਬਣਦਾ। ਮੈਂ ਬੇਨਤੀ ਕਰ ਦੇਵਾਂ ਸਾਧ ਸੰਗਤ, ਅਸੀਂ ਉਹਨਾਂ ਦੇ ਯਾਦਗਾਰ ਸਥਾਨ ਤੇ ਬੈਠੇ ਆਂ, ਸੰਤ ਬਾਬਾ ਕੇਸਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਬੰਦਗੀ ਦੀ ਮਹਿਕ ਇਸ ਧਰਤੀ ਦੇ ਵਿੱਚ ਛੱਡ ਦਿੱਤੀ। ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਦੇ ਵਿੱਚ ਜੁੜ ਕੇ ਬੈਠੇ ਆਂ। ਸੰਸਾਰ ਵਿੱਚ ਮਨੁੱਖ ਆਉਂਦਾ ਹੈ, ਆ ਕੇ ਤੁਰ ਜਾਂਦਾ ਹੈ। ਪਿੱਛੋਂ ਕੌਣ ਆਇਆ ਸੀ ਕੌਣ ਗਿਆ ਹੈ ਕਿਸੇ ਨੂੰ ਯਾਦ ਵੀ ਨਹੀਂ ਰਹਿੰਦਾ। ਯਾਦ ਉਹ ਰਿਹਾ ਕਰਦੇ ਨੇ ਜਿਹੜੇ ਕੁਝ ਕਰ ਜਾਇਆ ਕਰਦੇ ਨੇ। ਯਾਦ ਉਹ ਰਹਿੰਦੇ ਨੇ ਜਿਨ੍ਹਾਂ ਦੇ ਪੱਲੇ ਕੁਝ ਹੋਵੇ, ਜਿਨ੍ਹਾਂ ਦੇ ਪੱਲੇ ਗੁਣ ਹੈ, ਜਿਨ੍ਹਾਂ ਦੇ ਪੱਲੇ ਬੰਦਗੀ ਹੈ, ਜਿਨ੍ਹਾਂ ਦੇ ਪੱਲੇ ਸਤਿਗੁਰੂ ਦੀ ਕਿਰਪਾ ਹੈ। ਮੈਂ ਬੇਨਤੀ ਕਰ ਰਿਹਾ ਸੀ, ਸੰਤ ਡਿਗਰੀ ਲੈ ਕੇ ਨਹੀਂ ਬਣਦਾ। ਦੁਨਿਆਵੀ ਪੜ੍ਹਾਈ ਕਰਾਂਗੇ ਤੇ ਸਾਡਾ ਇੱਕ ਨਿਸ਼ਾਨਾ ਹੋਵੇਗਾ, ਅਸੀਂ ਆਪਣੇ ਬੱਚੇ ਨੂੰ ਕੋਈ ਡਾਕਟਰ ਬਣਾਉਣਾ ਹੈ, ਇੰਜੀਨੀਅਰ ਬਣਾਉਣਾ ਹੈ, ਕੋਈ ਆਫੀਸਰ ਬਣਾਉਣਾ ਹੈ। ਕਦੇ ਕੋਈ ਮਾਪੇ ਕੋਈ ਮਾਂ ਪਿਓ ਇਹ ਨਹੀਂ ਕਹਿੰਦਾ ਅਸੀਂ ਆਪਣੇ ਪੁੱਤਰ ਨੂੰ ਸੰਤ ਬਣਾਉਣਾ ਹੈ, ਕਦੇ ਕੋਈ ਨਹੀਂ ਜੀ ਕਹੇਗਾ। ਜੇ ਤੁਹਾਡੇ ਵਿੱਚ ਕੋਈ ਬੈਠਾ ਇਹ ਗੱਲ ਕਹਿ ਸਕਦਾ ਹੈ ਤੇ ਮੈਨੂੰ ਦੱਸੇ। ਕੋਈ ਨਹੀਂ ਕਹੇਗਾ ਕਿ ਮੈਂ ਆਪਣੇ ਪੁੱਤਰ ਨੂੰ ਸਾਧ ਬਣਾ ਦੇਵਾਂ, ਸੰਤ ਬਣਾ ਦੇਵਾਂ। ਆਫੀਸਰ ਬਣਾਉਣਾ ਤੇ ਚਾਹਾਂਗੇ, ਸੰਤ ਬਣਾਉਣਾ ਕਦੇ ਨਹੀਂ ਚਾਹਾਂਗੇ। ਵਿਦਿਆ ਲੈ ਕੇ, ਸਿੱਖਿਆ ਲੈ ਕੇ, ਐਜੂਕੇਸ਼ਨ ਹਾਸਲ ਕਰਕੇ, ਡਿਗਰੀ ਲੈ ਕੇ ਆਫੀਸਰ ਬਣਿਆ ਜਾ ਸਕਦਾ ਹੈ, ਇੰਜੀਨੀਅਰ ਬਣਿਆ ਜਾ ਸਕਦਾ ਹੈ, ਡਾਕਟਰ ਬਣਿਆ ਜਾ ਸਕਦਾ ਹੈ, ਪਰ ਸੰਤ ਦੀ ਕਦੇ ਡਿਗਰੀ ਨਹੀਂ ਜੇ ਮਿਲਦੀ। ਮੈਂ ਇੱਕ ਬੇਨਤੀ ਕਰ ਦੇਵਾਂ, ਆ ਚਾਰ ਸਰੀਰ ਤੁਹਾਡੇ ਸਾਹਮਣੇ ਤੁਹਾਡੀ ਸੇਵਾ ਦੇ ਵਿੱਚ ਖਲੋਤੇ ਆ। ਕਿਤੇ ਨਾ ਕਿਤੇ ਕੁਝ ਸਿੱਖ ਕੇ ਤੇ ਫਿਰ ਤੁਹਾਡੇ ਸਾਹਮਣੇ ਖਲੋਣ ਜੋਗੇ ਹੋਏ। ਭਾਵ ਕਿ ਕੁਝ ਸਿੱਖਣਾ ਪੈਂਦਾ ਹੈ। ਕੁਝ ਸਿੱਖਿਆ ਤੇ ਢਾਡੀ ਅਖਵਾਇਆ, ਕੁਝ ਸਿੱਖਿਆ ਤੇ ਸਰੰਗੀ ਮਾਸਟਰ ਅਖਵਾਇਆ, ਕੁਝ ਸਿੱਖਿਆ ਤੇ ਪ੍ਰਚਾਰਕ ਅਖਵਾਇਆ। ਮਨੁੱਖ ਵੈਸੇ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ, ਪਰ ਫਿਰ ਵੀ ਕਿਸੇ ਨਾ ਕਿਸੇ ਦਾ ਪੱਲਾ ਫੜਿਆ ਤੇ ਫਿਰ ਕੁਝ ਕਹਿਣ ਜੋਗੇ ਹੋਏ। ਪਰ ਕੀ ਸੰਤ ਸਿੱਖਣਾ ਪੈਂਦਾ ਹੈ ਤੇ ਫਿਰ ਬਣਿਆ ਜਾਂਦਾ ਹੈ? ਨਹੀਂ। ਸਤਿਗੁਰਾਂ ਦੀ ਬਾਣੀ ਕਹਿੰਦੀ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਜਿਹੜੇ ਉਸ ਪ੍ਰਮਾਤਮਾ ਦੇ ਵੱਲੋਂ ਵਰਸੋਏ ਹੋਏ ਆਉਂਦੇ ਨੇ ਉਹਨਾਂ ਨੂੰ ਸੰਤ ਦੀ ਪਦਵੀ ਮਿਲਦੀ ਹੈ। ਹਰ ਇੱਕ ਬੰਦਾ ਡਿਗਰੀ ਲੈ ਕੇ ਸੰਤ ਨਹੀਂ ਜੇ ਬਣ ਸਕਦਾ। ਵੈਸੇ ਜੇ ਕਹਿ ਦਈਏ ਤੇ ਸੰਤ ਦੀ ਪਰਿਭਾਸ਼ਾ ਜਿਹੜੀ ਹੈ ਨਾ, ਉਹ ਬੜੀ ਮਹਿੰਗੀ ਹੈ। ਸੰਤ ਦੀ ਪਰਿਭਾਸ਼ਾ ਨਾ ਕੋਈ ਹਰ ਇੱਕ ਸਮਝ ਸਕਦਾ ਹੈ ਤੇ ਨਾ ਕੋਈ ਸੰਤ ਵਾਲਾ ਜੀਵਨ ਜਿਉ ਸਕਦਾ ਹੈ। ਬੜੀ ਔਖੀ ਗੱਲ ਹੈ। ਜਿਹਦੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਜ਼ਰੇ ਕਰਮ ਹੋਵੇ ਉਹ ਇਸ ਪਦਵੀ ਨੂੰ ਪ੍ਰਾਪਤ ਕਰਦਾ ਹੈ। ਐਸੇ ਹੀ ਮਹਾਂਪੁਰਸ਼ਾਂ ਦੇ ਪਾਵਨ ਸਥਾਨ ਤੇ ਜੁੜ ਕੇ ਬੈਠੇ ਹਾਂ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ। ਮੈਂ ਜਦੋਂ ਕਮਰੇ ਵਿੱਚ ਬੈਠਾ ਸੀ ਤੇ ਮੇਰੇ ਕੋਲ 3 ਹੁਕਮ ਸੰਗਤ ਵੱਲੋਂ ਪਹੁੰਚੇ ਨੇ। 3 ਪ੍ਰਸੰਗਾਂ ਦਾ ਮੈਨੂੰ ਕਿਹਾ ਗਿਆ ਹੈ ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਉਹਨਾਂ ਦੇ ਵਿੱਚੋਂ ਮੈਂ ਕੇਵਲ ਆਪਣੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਇੱਕ ਹੀ ਸੁਣਾ ਸਕਦਾ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਬਲ ਪ੍ਰਾਪਤ ਕਰੀਏ ਕਿ ਜੋ ਆਪ ਸੰਗਤਾਂ ਦਾ ਹੁਕਮ ਹੈ ਮੈਂ ਉਸ ਅਨੁਸਾਰ ਆਪ ਜੀ ਦੀ ਸੇਵਾ ਕਰ ਸਕਾਂ, ਕੁਝ ਕਹਿ ਸਕਾਂ। ਆਪ ਸੰਗਤਾਂ ਦੇ ਅਸੀਸ ਵਿੱਚੋਂ ਬਲ ਪ੍ਰਾਪਤ ਹੋਵੇ, ਸਤਿਗੁਰੂ ਦੀ ਰਹਿਮਤ ਪ੍ਰਾਪਤ ਹੋਵੇ। ਕਰੋ ਗੁਰੂ ਚਰਨਾਂ ਦਾ ਧਿਆਨ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਫਤਿਹ ਦੀ ਸਾਂਝ ਪਾਈਏ ਤਾਂ ਕਿ ਆਪ ਕੁਝ ਸਰਵਣ ਕਰ ਸਕੋ, ਅਸੀਂ ਕੁਝ ਸਰਵਣ ਕਰਵਾ ਸਕੀਏ। ਕਿਉਂਕਿ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਅੰਮ੍ਰਿਤ ਗੁਰਬਾਣੀ YouTube ਚੈਨਲ ਦੇ ਉੱਤੇ ਲਾਈਵ ਚੱਲ ਰਿਹਾ ਹੈ। ਮਹਾਂਪੁਰਸ਼ਾਂ ਦੇ ਵੱਲੋਂ ਬੜੇ ਹੀ ਪਿਆਰੇ ਵੀਰ ਸਿਖਰ ਜੀ ਬੈਠੇ ਹੋਏ ਨੇ। ਜਿੱਥੇ ਵੀ ਮਹਾਂਪੁਰਸ਼ਾਂ ਦਾ ਕੋਈ ਸਮਾਗਮ ਹੋਇਆ ਕਰਦਾ ਹੈ, ਇਹ ਉਸ ਨੂੰ ਲਾਈਵ
ਤੁਸੀਂ ਤੇ ਇੱਥੇ ਪਹੁੰਚ ਕੇ ਵੇਖ ਰਹੇ ਹੋ, ਜਿਹੜੇ ਨਹੀਂ ਪਹੁੰਚ ਸਕੇ ਆ ਉਹਨਾਂ ਤੱਕ ਵੀ ਪਹੁੰਚਾਉਣ ਦਾ ਯਤਨ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਹੋਰ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ। ਆਓ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਕਰੋ ਗੁਰੂ ਚਰਨਾਂ ਦਾ ਧਿਆਨ, ਮਨ ਬਿਰਤੀ ਨੂੰ ਇਕਾਗਰ ਕਰੋ, ਰਸਨਾ ਕਰੋ ਪਵਿੱਤਰ। ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵਿੱਚ ਬੈਠੇ ਬਹੁਤ ਸਾਰੇ ਮੇਰੇ ਆਪਣੇ ਵੀ ਨੇ, ਤੁਸੀਂ ਸਾਰੇ ਮੇਰੇ ਆਪਣੇ ਹੋ ਤੇ ਸੰਗਤ ਦਾ ਰੂਪ ਹੋ ਕੇ ਬੈਠੇ ਹੋ। ਪਰ ਕੁਝ ਸਰੀਰ ਬੈਠੇ ਨੇ ਜਿਹੜੇ ਮੇਰੇ ਪਿੰਡ ਤੋਂ ਬਿਲੋਂਗ ਕਰਦੇ ਨੇ, ਜਿਹੜੇ ਮੇਰੇ ਪਿੰਡ ਦੀ ਧਰਤੀ ਤੋਂ ਬਿਲੋਂਗ ਕਰਦੇ ਨੇ। ਉਹਨਾਂ ਦੇ ਵਿੱਚੋਂ ਸਰਦਾਰ ਮਨਜੀਤ ਸਿੰਘ ਜੀ ਰੰਧਾਵਾ ਪਰਿਵਾਰ ਦੇ ਵਿੱਚੋਂ, ਜਿਹੜੇ ਮੇਰੇ ਆਪਣੇ ਨਗਰ ਦੇ ਨੇ, ਇੱਥੇ ਆ ਕੇ ਵਸੇ ਹੋਏ ਨੇ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਜਹਾਂ ਜਾਣੇ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਜਿੱਥੇ ਜਿੱਥੇ ਉਸ ਪਰਮਾਤਮਾ ਨੇ ਚੋਗ ਖਿੰਡਾਈ ਹੈ, ਮਨੁੱਖ ਉਹ ਚੁਗਦਾ ਹੈ। ਪੈਦਾ ਕਿੱਥੇ ਹੋਇਆ ਹੈ, ਕਾਰੋਬਾਰ ਕਿਤੇ ਕਰਦਾ ਹੈ, ਰਹਿੰਦਾ ਕਿਤੇ ਹੈ। ਇਹ ਇੱਕ ਜ਼ਿੰਦਗੀ ਦਾ ਦਸਤੂਰ ਹੈ। ਆਪਣੇ ਪਰਿਵਾਰ ਵਾਸਤੇ, ਆਪਣੇ ਵਾਸਤੇ ਮਨੁੱਖ ਨੂੰ ਕਈ ਕੁਝ ਕਰਨਾ ਪੈਂਦਾ ਹੈ। ਨਗਰ ਦੀ ਧਰਤੀ ਨੂੰ ਛੱਡ ਕੇ ਇਸ ਧਰਤੀ ਤੇ ਆ ਕੇ ਰਹਿ ਰਹੇ ਨੇ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੱਧੂ ਛਾਂਗੇ ਤੋਂ ਢਾਡੀ ਜਥਾ ਪਹੁੰਚ ਰਿਹਾ ਹੈ, ਕਹਿੰਦੇ ਬੜੀ ਖੁਸ਼ੀ ਹੋਈ ਕਿ ਸਾਡੇ ਨਗਰ ਤੋਂ ਜਥਾ ਪਹੁੰਚ ਰਿਹਾ ਹੈ। ਧੰਨਵਾਦ ਹੈ ਉਹਨਾਂ ਦੀ ਕਦਰਦਾਨੀ ਦਾ। ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਸ਼ਪਾਲ ਸਿੰਘ ਜੀ, ਉਹ ਵੀ ਮੇਰੇ ਆਪਣੇ ਨਗਰ ਤੋਂ ਨੇ। ਜਦੋਂ ਉਹਨਾਂ ਨੂੰ ਵੀ ਪਤਾ ਲੱਗਾ ਤੇ ਉਚੇਚੇ ਤੌਰ ਤੇ ਅਸੀਸ ਦੇਣ ਵਾਸਤੇ ਕਮਰੇ ਦੇ ਵਿੱਚ ਪਹੁੰਚੇ। ਬੜਾ ਪਿਆਰ ਕਰਦੇ ਨੇ। ਕਈ ਵਾਰ ਸਤਿਗੁਰਾਂ ਦੀ ਕਿਰਪਾ ਹੋਈ, ਜਦੋਂ ਨਗਰ ਵਿੱਚ ਜਾਂਦੇ ਨੇ ਤੇ ਦਾਸਰਿਆਂ ਦੇ ਗਰੀਬਖਾਨੇ ਵਿੱਚ ਵੀ ਉਹ ਚਰਨ ਪਾ ਆਉਂਦੇ ਨੇ। ਉਹਨਾਂ ਦੀ ਕਦਰਦਾਨੀ ਦਾ ਧੰਨਵਾਦ ਹੈ। ਆਪ ਸਰਬੱਤ ਸੰਗਤਾਂ ਨੇ ਬੜਾ ਪਿਆਰ ਬਖਸ਼ਿਆ ਹੈ ਤੇ ਬਖਸ਼ਦੇ ਰਹੋਗੇ, ਉਮੀਦ ਕਰਦੇ ਹਾਂ। ਸਮਾਂ ਆਪ ਜੀ ਨੇ ਸਰਵਣ ਕਰ ਲਿਆ। ਮੈਂ ਯਤਨ ਕਰਨਾ ਹੈ ਆਪਣੇ ਸਮੇਂ ਦੇ ਦਾਇਰੇ ਦੇ ਵਿੱਚ ਰਹਿ ਕੇ ਮੈਂ ਆਪ ਜੀ ਦੇ ਨਾਲ ਜਿਸ ਮਜ਼ਮੂਨ ਨੂੰ ਆਰੰਭ ਕਰਨਾ ਹੈ, ਉਸ ਮਜ਼ਮੂਨ ਦੇ ਦਾਇਰੇ ਵਿੱਚ ਰਹਿ ਕੇ ਮੈਂ ਖਿਮਾ ਦੇ ਜਾਚਕ ਹੋ ਜਾਣਾ ਹੈ। ਅੱਜ ਵਕਤ ਹੈ ਆਪਣੇ ਇਤਿਹਾਸ ਦੇ ਨਾਲ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਜੋੜਨ ਦਾ। ਅਸੀਂ ਭੁੱਲ ਜਾਂਦੇ ਹਾਂ। ਫਿਲਮਾਂ ਵੇਖਣੀਆਂ ਤਾਂ ਯਾਦ ਹੈ, ਐਕਟਰਾਂ ਦੇ ਨਾਮ ਤੇ ਯਾਦ ਹੈ, ਕਲਾਕਾਰਾਂ ਦੇ ਨਾਮ ਤੇ ਯਾਦ ਹੈ। ਯਾਦ ਰਹੇ ਆਪਣੇ ਕੌਮ ਦੀ ਖਾਤਰ ਮਰ ਮਿਟਣ ਵਾਲਿਆਂ ਦੇ ਨਾਮ ਸਾਨੂੰ ਯਾਦ ਨਹੀਂ, ਕਿਉਂਕਿ ਇਤਿਹਾਸ ਦੇ ਨਾਲੋਂ ਟੁੱਟਦੇ ਜਾ ਰਹੇ ਹਾਂ। ਇਤਿਹਾਸ ਰਚਣ ਵਾਸਤੇ ਲਗਭਗ 50 ਸਾਲ ਦਾ ਸਮਾਂ ਲੱਗਿਆ ਕਰਦਾ ਹੈ। 50 ਸਾਲ ਦਾ। ਹੁਣੇ ਵਿਚਾਰ ਹੋ ਰਹੀ ਸੀ ਕਿ ਕਿਸੇ ਨੇ ਆਖਿਆ ਉਹੀ ਇਤਿਹਾਸ ਹੁੰਦਾ ਹੈ, ਵਾਰ-ਵਾਰ ਸੁਣਾਈ ਜਾਣਾ, ਇਹਦਾ ਕੀ ਅਰਥ ਹੈ? ਤੇ ਕੋਈ ਸਿਆਣਾ ਬਜ਼ੁਰਗ ਉਹ ਜਵਾਬ ਦੇਵੇ ਕਿ ਆਉਣ ਵਾਲੀ ਜਨਰੇਸ਼ਨ ਇਤਿਹਾਸ ਰਚੇ ਤੇ ਆਉਣ ਵਾਲੇ ਜਿਹੜੇ ਸਮੇਂ ਦੇ ਅੰਦਰ ਸਾਡਾ ਰਚਿਆ ਹੋਇਆ ਇਤਿਹਾਸ ਉਹ ਗਾਇਨ ਕਰਨਗੇ। ਅੱਜ ਤੁਸੀਂ ਦਿੱਲੀ ਦੇ ਬਾਰਡਰ ਤੇ ਬੈਠੇ ਹੋਏ ਹੋ ਨਾ, ਆਪਣੇ ਹੱਕਾਂ ਦੀ ਖਾਤਰ, ਉਹ ਵੀ ਇੱਕ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ ਜਾਣ ਵਾਲਾ ਇੱਕ ਨਵਾਂ ਰੂਪ ਇਤਿਹਾਸ ਨੂੰ ਦਿੱਤਾ ਹੋਇਆ ਹੈ। ਤੇ ਉਹ એનર્ਜੀ, ਉਹ ਤਾਕਤ, ਉਹ ਬਲ ਮਿਲਿਆ ਕਿੱਥੋਂ ਹੈ? ਉਹ ਸਾਡੇ ਇਤਿਹਾਸ ਤੋਂ, ਸਾਡੇ ਪਿਛੋਕੜ ਦੇ ਵਿੱਚੋਂ। ਜੇਕਰ ਅਸੀਂ ਆਪਣੇ ਪਿਛੋਕੜ ਨੂੰ ਜਾਣਦੇ ਹਾਂ, ਜੇਕਰ ਸਾਨੂੰ ਪਤਾ ਹੈ ਕਿ ਸਾਡੇ ਵੱਡ ਵਡੇਰਿਆਂ ਨੇ ਆਪਣੇ ਹੱਕਾਂ ਦੀ ਖਾਤਰ ਕਿਵੇਂ ਮੈਦਾਨੇ ਜੰਗ ਦੇ ਰਣ ਤੱਤੇ ਦੇ ਅੰਦਰ ਜੰਦਰੀਆਂ ਕੁਰਬਾਨ ਕੀਤੀਆਂ, ਕਿਵੇਂ ਮੈਦਾਨੇ ਜੰਗ ਦੇ ਅੰਦਰ ਲੜਨਾ ਸਿੱਖਿਆ, ਤੇ ਤਾਂ ਅੱਜ ਜਾ ਕੇ ਅਸੀਂ ਆਪਣੇ ਹੱਕਾਂ ਦੀ ਖਾਤਰ ਉਹਨਾਂ ਸਰਕਾਰਾਂ ਦੇ ਨਾਲ ਮੱਥਾ ਲਾ ਕੇ ਬੈਠੇ ਹਾਂ। ਜੇ ਸਾਨੂੰ ਪਤਾ ਹੀ ਨਹੀਂ, ਸਾਡਾ ਇਤਿਹਾਸ ਹੀ ਕੋਈ ਨਹੀਂ, ਸਾਨੂੰ ਉਹਦੇ ਵਿੱਚੋਂ ਤਾਕਤ ਕਿੱਥੋਂ ਮਿਲੇਗੀ? ਮੈਂ ਵੇਖ ਰਿਹਾ ਕਿ ਬਹੁਤਾਤ ਦੀ ਗਿਣਤੀ ਜਿਹੜੀ ਹੈ ਸਤਿਕਾਰਯੋਗ ਬਜ਼ੁਰਗਾਂ ਦੀ ਹੈ, ਜਿਹੜੇ ਇਸ ਇਤਿਹਾਸ ਤੋਂ ਪਹਿਲਾਂ ਤੋਂ ਜਾਣੂ ਨੇ। ਤੁਹਾਡਾ ਇਤਿਹਾਸ ਤੁਹਾਡੇ ਚਿਹਰਿਆਂ ਤੇ ਲਿਖਿਆ ਹੋਇਆ, ਮੇਰੇ ਵਰਗੇ ਤੁਹਾਡੇ ਚਿਹਰਿਆਂ ਤੋਂ ਇਤਿਹਾਸ ਪੜ੍ਹ ਕੇ ਹੀ ਕੇਵਲ ਸੁਣਾ ਸਕਦੇ ਨੇ। ਜਦੋਂ ਕਿ ਸਾਡੇ ਇਤਿਹਾਸ ਦੇ ਨਾਲ ਜੁੜਨ ਦੇ ਜ਼ਿਆਦਾ ਜ਼ਰੂਰਤ ਨੌਜਵਾਨ ਪੀੜ੍ਹੀ ਨੂੰ ਹੈ, ਆਉਣ ਵਾਲੀ ਜਨਰੇਸ਼ਨ ਨੂੰ ਹੈ, ਜਿਨ੍ਹਾਂ ਨੇ ਆਪਣੇ ਇਤਿਹਾਸ ਦੇ ਵਿੱਚੋਂ ਕੁਝ ਸਿੱਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੁਝ ਕਰ ਵਿਖਾਉਣਾ ਹੈ। ਗੁਰੂ ਕਿਰਪਾ ਕਰੇ ਮੇਰੀ ਕੌਮ ਨੂੰ ਇਹ ਸਮਤ ਆ ਜਾਵੇ। ਇੱਕ ਵਾਰੀ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਮੈਂ ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਕਹਿਣਾ ਹੈ। ਮੇਰੇ ਸਾਥੀਆਂ ਨੇ ਇੱਕ ਰਚਨਾ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਸੁਣ ਸਿੰਘਾ ਸਰਦਾਰਾ, ਲੱਗਦਾ ਹੈ ਬੜਾ ਪਿਆਰਾ। ਪਿਆਰਾ ਕਿਉਂ ਲੱਗਦਾ ਹੈ?
क्योंकि मुख दे उत्ते सतगुरु कलगीधर पातशाह महाराज जी ने सोहना दाड़ा बख्शिया, सिर ते सोहनी दस्तार बख्शी है। यह दस्तार केवल कुछ मीटर कपड़ा ही नहीं, यह दस्तार कलगीधर पातशाह महाराज जी का बख्शिश किया होया ताज है, जेड़े सतगुरां ने आख्या सी इन गरीब सिखन को देऊं पातशाही, ये याद करे हमरी गुरियाई। इन्हों मैं जिन्हों फकीर, जिन्हों नीच, जिन्हों नीवे कह के दुरकारिया जाता, मैं इन्हों बादशाह बना देवांगा ते सरदार बना देवांगा। सरदार की हुंदा सी असल विच सरकारी अहुदा होया करदा सी, जिहदी अरदल दे विच कोई 200 400 500 सिपाही दे के आदमी दे के उन्हां दा सरदार थाप दिता जांदा सी। मेरे दशमेश पिता गुरु कलगीधर पातशाह महाराज जी ने आख्या ऐसा नहीं, मैं अपने सरदार नूं ऐसा सरदार बनावांगा जिहदे कोल कोई अहुदा नहीं, वो दुनिया का एक ऐसा सरदार होवेगा जिन्हों वेख के लोग कहणगे वो गुरु गोबिंद सिंह दा सरदार आउंदा है, वो गुरु गोबिंद सिंह महाराज जी दा सिंह आउंदा है। इहदी अरदल दे विच 200 400 500 आदमी नहीं, ये दुनिया दे उत्ते सरदारी करेगा। तुसीं वेखदे हो अज किते भी चले जाओ तुहाडी सरदारी दे डंके वजदे ने। ते होया क्यों है? क्योंकि साडे पिछे साडे वडेरियां दा इतिहास है। जिहड़ी कौम लड़ना जानदी होवे उही इतिहास रचिया करदी है। जिहड़ी कौम दा ज्यादा खून डुलिया होवे उहदा निशान उन्ना ज्यादा उच्चा उठदा है जिन्ना ज्यादा उस जवानी दा खून डुलिया हुंदा है। नादर शाह दुरानी ने हिंदुस्तान दे उत्ते बहुत हमले कीते, दिल्ली ते चढ़ के गया। मैं एक बेनती कर देवां साध संगत, नादर शाह दुरानी ने अपने समय के अंदर किस कदर अपनी ताकत का लोहा बनवाया सी। बहादुर किसी भी कौम दे विच पैदा हो सकता है, ओदा किसी खास फिरके जां किसी खास धर्म दे नाल संबंध नहीं होया करदा है। जदों नादर शाह दुरानी दे पुत्र नासिर शाह दुरानी दा विआह सी ना, निकाह होण लगा, उहदे सहुरे परिवार वालों कुछ जनानियां ने उहनूं चढ़ाया सी, क्योंकि नादर शाह दुरानी दा जिहड़ा पिता सी वो भेडां चारिया करदा सी। कोई बहुती वड्डी इहदे कोल पिछोकड़ दी ताकत नहीं सी, कोई इहदे कोल पिछोकड़ नहीं सी बहुता वड्डा। इहने अपनी ताकत दे नाल, अपनी तलवार दे नाल इहने अपनी मलकीयत जिहड़ी सी हासिल कीती सी, इहने अपनी बादशाहत कायम कीती सी। उन्होंने चढ़ाउंदे होया नासिर शाह दुरानी नूं आख्या, कहंदे नासिर शाह अपना कुर्सीनामा दस, अपने वड वडेरियां बारे दस। ये शर्मिंदा हो गया, कहता हुण दसां कि मेरा दादा भेडां चारदा हुंदा सी, की दसां। ढिला जा मुंह करके अपने अबू जान दे कोल आया, भाव के नादर शाह दुरानी दे कोल आया, कहन लगा अब्बा जान साडा पिछोकड़ की है। और जनानियां मैनू ये गल कहंदियां ने कि तू अपना कुर्सीनामा दस, मैं उन्हां नूं दसां की। उन्हें आख्या निराश होने वाली केड़ी गल है, दस दे कुर्सीनामा। कहंदा की दसां कि मेरा दादा भेडां चारदा हुंदा सी। उन्हें आख्या नहीं। कहंदा फिर? कहंदा दस कि मैं तेग दी औलाद हां। उन्हें आख्या वो किवें? कहंदा जदों हुण तैनूं पुछण गया कि तेरा नां की है, दसी नासिर शाह। तेरे वालिद दा नां की है, आखी नादर शाह। जदों पुछण गया ओदे वालिद दा नां की है, आखी तेग। ओदे वालिद दा नां की है, आखी तेग। ओदे वालिद दा नां की है, आखी तेग। कहंदा जदों तक पुछी जाण गया दस देवीं कि साडे वालिद दा नां है तेग। फिर गया उन्हां फिर पुछया नासिर शाह अपना कुर्सीनामा दस। कहंदा मैं नासिर शाह, पिता दा नां है नादर शाह। चुप कर गया। उन्हें हस के आख्या, उन्हें आख्या अगे ओदे पिता दा नां कहंदा तेग। उन्हें आख्या फिर ओदे पिता दा नां कहंदा तेग। उन्हें आख्या ये की मतलब? कहंदा किसे नूं मिलदी होवेगी अपने पिता दी दित्ती होई ताकत दे विचों, पर मेरे पिता ने ताकत तेग दे जोर दे नाल हासिल कीती है। असी तुहाडे उत्ते राज करना है ते तेग दे जोर दे नाल करना है। असी जिस जिस थां ते मल्लां मारियां तेग दे जोर दे नाल मारियां, इस करके साडा कुर्सीनामा तेग दे नाल जुड़िया होया। ਉਹ ਨਾਦਰ ਸ਼ਾਹ ਦੁਰਾਨੀ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਹੈ, ਦਿੱਲੀ ਦੇ ਲੋਕਾਂ ਨੂੰ ਦਬਾਇਆ ਲਤਾੜਿਆ ਹੈ।
ਜਿੱਥੇ ਚਾਰ ਸਰੀਰ ਬੈਠੇ ਹੋਣ ਨਾ, ਕਈ ਵਾਰ ਗੱਲਾਂ ਚੱਲ ਜਾਇਆ ਕਰਦੀਆਂ, ਜਿਹੜੇ ਹਾਲਾਤ ਚੱਲਦੇ ਨੇ ਉਸੇ ਹੀ ਮਜ਼ਮੂਨ ਦੇ ਉੱਤੇ ਜ਼ਿਆਦਾਤਰ ਗੱਲਾਂ ਚੱਲਦੀਆਂ। ਜੇ ਆ ਪਿੱਛੇ ਕਰੋਨਾ ਦੀ ਮਹਾਮਾਰੀ ਫੈਲੀ ਸੀ, ਉਸੇ ਹੀ ਗੱਲ ਨੂੰ ਜਿੱਥੇ ਸੁਣੋ ਉਹੀ ਗੱਲ ਚੱਲਦੀ ਸੀ। ਜੇ ਕਿਤੇ ਇਲੈਕਸ਼ਨ ਆ ਜਾਵੇ ਤੇ ਇਲੈਕਸ਼ਨ ਦੀਆਂ ਗੱਲਾਂ ਚੱਲੀ ਜਾਂਦੀਆਂ। ਜੋ ਵੀ ਮਾਹੌਲ ਚੱਲ ਰਿਹਾ ਹੋਵੇ ਉਸੇ ਦੀਆਂ ਗੱਲਾਂ ਚੱਲਦੀਆਂ। ਚਾਰ ਸਰੀਰ ਬੈਠੇ ਸਨ, ਵਿੱਚੋਂ ਇੱਕ ਨੇ ਕਹਿ ਦਿੱਤਾ ਸ਼ਰਾਰਤ ਦੇ ਨਾਲ, ਉਹਨੇ ਆਖਿਆ ਓਏ ਸੁਣਿਆ ਨਾਦਰ ਸ਼ਾਹ ਦੁਰਾਨੀ ਮਾਰਿਆ ਗਿਆ। ਤੇ ਗੱਲ ਕਹਿੰਦੀ ਏ ਤੂੰ ਮੈਨੂੰ ਜ਼ੁਬਾਨੋਂ ਕੱਢ, ਮੈਂ ਤੈਨੂੰ ਪਿੰਡ ਚੋਂ ਕਢਾ ਕੇ ਛੱਡਾਂਗੀ। ਉਹਨੇ ਤੇ ਕਹਿ ਦਿੱਤਾ ਕਿ ਨਾਦਰ ਸ਼ਾਹ ਦੁਰਾਨੀ ਮਾਰਿਆ ਗਿਆ। ਇੱਕ ਕੋ ਦੂਜੇ ਕੋਲ, ਦੂਜੇ ਕੋ ਤੀਜੇ ਕੋਲ ਫੈਲਦੀ ਹੋਈ ਇਹ ਨਾਦਰ ਸ਼ਾਹ ਦੁਰਾਨੀ ਦੇ ਕੋਲ ਗੱਲ ਪਹੁੰਚੀ। ਨਾਦਰ ਸ਼ਾਹ ਨੇ ਆਖਿਆ ਜਿਹੜੇ ਲੋਕ ਮੈਨੂੰ ਵੱਲੋਂ ਕਹਿ ਰਹੇ ਨੇ ਕਿ ਨਾਦਰ ਸ਼ਾਹ ਮਾਰਿਆ ਗਿਆ, ਹੁਣ ਮੈਂ ਆਪਣੇ ਜਿਉਂਦਾ ਹੋਣ ਦਾ ਸਬੂਤ ਉਹਨਾਂ ਨੂੰ ਦੇਵਾਂਗਾ। ਫਿਰ ਉਹਨੇ ਦਿੱਲੀ ਦੇ ਗਲੀਆਂ ਬਾਜ਼ਾਰਾਂ ਦੇ ਵਿੱਚ ਲਹੂ ਤੇ ਮਿੱਝ ਦੀ ਕਹਾਣੀ ਮਚਾ ਦਿੱਤੀ। ਫਿਰ ਦਿੱਲੀ ਦੇ ਗਲੀਆਂ ਬਾਜ਼ਾਰਾਂ ਦੇ ਵਿੱਚ ਲਹੂ ਦੀਆਂ ਨਦੀਆਂ ਵਹੀਆਂ, ਬੇਗੁਨਾਹਾਂ ਦਾ ਖੂਨ ਵਗਿਆ। ਦਿੱਲੀ ਦੇ ਲੋਕਾਂ ਨੂੰ ਲੁੱਟ ਮਾਰ ਕਰਦਾ ਹੋਇਆ ਨਾਦਰ ਸ਼ਾਹ ਦੁਰਾਨੀ ਜਦੋਂ ਵਾਪਸ ਪਰਤੇ ਆਏ ਨਾ, ਖਾਲਸੇ ਨੇ ਆਣ ਘੇਰਿਆ। ਜਿਹੜੀਆਂ ਮਾਸੂਮ ਬਾਹੂ ਬੇਟੀਆਂ ਹਿੰਦੂਆਂ ਦੀਆਂ ਬੰਨੀਆਂ ਹੋਈਆਂ ਸਨ, ਖਾਲਸੇ ਨੇ ਛੁਡਾਈਆਂ। ਜਿਹੜਾ ਇਹਨੇ ਨੌਜਵਾਨ ਗੱਭਰੂਆਂ ਨੂੰ ਕੈਦ ਕੀਤਾ ਹੋਇਆ ਸੀ, ਖਾਲਸੇ ਨੇ ਉਹਨਾਂ ਨੂੰ ਆਜ਼ਾਦ ਕਰਵਾਇਆ। ਨਾਦਰ ਸ਼ਾਹ ਦੁਰਾਨੀ ਦੀ ਫੌਜ ਦਾ ਉਹ ਹਾਲ ਕੀਤਾ ਹੈ, ਇਹ ਸਿਰ ਤੇ ਪੈਰ ਰੱਖ ਕੇ ਨੱਸ ਤੁਰੇ। ਨਾਦਰ ਸ਼ਾਹ ਦੁਰਾਨੀ ਲਾਹੌਰ ਪਹੁੰਚਾ। ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਹੈ, ਉਹਨੂੰ ਪੁੱਛਣ ਲੱਗਾ, ਕਹਿੰਦਾ ਓਏ ਹਿੰਦੁਸਤਾਨ ਦੇ ਲੋਕ ਮੇਰੀ ਆਮਦ ਸੁਣ ਕੇ ਹੀ ਸਿਰ ਝੁਕਾ ਦਿਆ ਕਰਦੇ ਸਨ, ਆ ਕੌਣ ਆ ਗਏ ਜਿਨ੍ਹਾਂ ਨੇ ਮੇਰਾ ਐਡਾ ਵੱਡਾ ਨੁਕਸਾਨ ਕਰਕੇ ਰੱਖ ਦਿੱਤਾ? ਆ ਚੋਰਾਂ ਨੂੰ ਮੋਹਰ ਕਿਵੇਂ ਪੈ ਗਏ? ਜ਼ਕਰੀਆ ਖਾਨ ਦੇ ਕੋਲ ਕੋਈ ਜਵਾਬ ਨਹੀਂ ਸੀ। ਉਹਨੇ ਆਖਿਆ ਜਨਾਬ ਇਹ ਸਿੰਘ ਨੇ। ਉਹਨੇ ਆਖਿਆ ਤੂੰ ਤੇ ਕਹਿੰਦਾ ਸੀ ਹਿੰਦੁਸਤਾਨ ਦੇ ਲੋਕ ਤੁਹਾਡੇ ਤੋਂ ਡਰਦੇ ਨੇ, ਹੁਣ ਕੋਈ ਐਸੀ ਤਾਕਤ ਨਹੀਂ ਰਹਿ ਗਈ ਜਿਹੜੀ ਤੁਹਾਡਾ ਮੁਕਾਬਲਾ ਕਰ ਸਕੇ। ਉਹਨੇ ਆਖਿਆ ਸੱਚ ਹੈ, ਪਰ ਆ ਜਿਹੜੇ ਜਿਨ੍ਹਾਂ ਨੂੰ ਸਿੰਘ ਕਿਹਾ ਜਾਂਦਾ ਹੈ, ਪਤਾ ਨਹੀਂ ਇਹਨਾਂ ਕੋਲ ਇੰਨੀ ਤਾਕਤ ਆਉਂਦੀ ਕਿੱਥੋਂ ਹੈ। ਸਾਡੇ ਹਜ਼ੂਮਾਂ ਦੇ ਨਾਲ ਲੜ ਕੇ ਨੁਕਸਾਨ ਕਰਕੇ ਪਤਾ ਨਹੀਂ ਕਿਹੜੇ ਪਾਸੇ ਨਿਕਲ ਜਾਇਆ ਕਰਦੇ ਨੇ। ਉਹਨੇ ਆਖਿਆ ਓਏ ਇਹ ਰਹਿੰਦੇ ਕਿੱਥੇ ਨੇ, ਮੈਨੂੰ ਦੱਸ, ਮੈਂ ਇਹਨਾਂ ਦਾ ਘਰ ਘਰ ਉਜਾੜ ਦਿਆਂਗਾ, ਬਾਲ ਬੱਚਾ ਖਤਮ ਕਰ ਦਿਆਂਗਾ। ਉਹਨੇ ਆਖਿਆ ਇਹ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ। ਉਹਨੇ ਆਖਿਆ ਇਹਦਾ ਇਲਾਕਾ ਕਿਹੜਾ ਹੈ? ਕਹਿੰਦਾ ਮਾਸ਼ੂਵਾੜੇ ਦੇ ਜੰਗਲ, ਕਾਨੂੰਵਾਨ ਦਾ ਸ਼ੰਭ, ਇਹਨਾਂ ਇਲਾਕਿਆਂ ਦੇ ਵਿੱਚ ਆਪਣਾ ਵਸੇਬਾ ਕਰਦੇ ਨੇ। ਕਹਿੰਦਾ ਇਹ ਕੰਮ ਕੀ ਕਰਦੇ ਨੇ? ਕਹਿੰਦਾ ਇਹ ਕੰਮ ਕਰਦੇ ਨੇ ਧਰਮ ਦੀ ਕਾਰ ਕਰਦੇ ਨੇ, ਧਰਮ ਕਮਾਉਂਦੇ ਨੇ ਤੇ ਧਰਮ ਕਮਾਉਣ ਨੂੰ ਹੀ ਆਪਣਾ ਸਭ ਤੋਂ ਵੱਡਾ ਰੋਜ਼ਗਾਰ ਸਮਝਦੇ ਨੇ, ਕਾਰੋਬਾਰ ਸਮਝਦੇ ਨੇ। ਧਰਮ ਕਮਾਉਂਦੇ ਨੇ। ਮਨੁੱਖ ਸੰਸਾਰ ਤੇ ਆਉਂਦਾ ਹੈ, ਆ ਕੇ ਕਮਾਈ ਕਰਦਾ ਹੈ ਨਾ, ਕੋਈ ਨੇਕ ਕਮਾਈ ਕਰ ਜਾਂਦਾ ਹੈ, ਕੋਈ ਆਪਣੀ ਕੀਤੀ ਹੋਈ ਕਮਾਈ ਨੂੰ ਵੀ ਗਵਾ ਜਾਂਦਾ ਹੈ। ਕਈ ਤਰ੍ਹਾਂ ਦਾ ਮਨੁੱਖ ਸੰਸਾਰ ਦੇ ਵਿੱਚ ਹੋਇਆ ਕਰਦੇ। ਉਹਨੇ ਆਖਿਆ ਉਹ ਇੱਕ ਕਮਾਈ ਕਰਦੇ ਨੇ, ਕਮਾਈ ਕਰਦੇ ਨੇ ਧਰਮ ਦੀ ਕਮਾਈ। ਉਹਨੇ ਆਖਿਆ ਧਰਮ ਦੇ ਨਾਲ ਕਿਤੇ ਜੀਆ ਜਾਂਦਾ ਹੈ, ਖਾਣਾ ਪੈਂਦਾ ਹੈ, ਕਮਾਉਣਾ ਪੈਂਦਾ ਹੈ, ਤਾਂ ਬਾਲ ਬੱਚੇ ਪਲਦੇ ਨੇ। ਉਹ ਧਰਮ ਦੀ ਕਮਾਈ ਕਰਦੇ ਨੇ, ਜਿਉਂਦੇ ਕਿਵੇਂ ਨੇ? ਉਹਨੇ ਆਖਿਆ ਜਿਉਣ, ਇਹ ਜਿਉਂਦੇ ਨੇ ਖਾਣ ਕਰਕੇ ਨਹੀਂ, ਬਲਕਿ ਖਾਂਦੇ ਜਿਉਣ ਕਰਕੇ ਹੈ, ਤੇ ਜਿਉਂਦੇ ਨੇ ਧਰਮ ਕਰਕੇ। ਰਾਹਗੀਰ ਜਾਂਦਾ ਹੋਇਆ ਇੱਕ ਮੁੱਠ ਛੋਲਿਆਂ ਦੀ ਦੇ ਦੇਵੇ, ਕਦੇ ਖਾਣ ਪਿੱਛੇ ਲੜਦੇ ਨਹੀਂ, ਚਾਹੇ ਇੱਕ ਇੱਕ ਦਾਣਾ ਵੰਡੇ ਆਵੇ, ਇਹ ਵੰਡ ਕੇ ਛਕਦੇ ਨੇ। ਜਦੋਂ ਆਪਣੇ ਮਾਲਕ ਦੀ ਇਬਾਦਤ ਵਿੱਚ ਜੁੜਦੇ ਨੇ, ਇਹ ਇਹੋ ਹੀ ਕਹਿੰਦੇ ਨੇ, ਦਿਨ ਤੇਰੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋਇਆ ਏ, ਰਾਤ ਆਈ ਹੈ ਤੇਰੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਹੋਵੇ। ਕਦੇ ਇਸਤਰੀ ਤੇ ਵਾਰ ਨਹੀਂ ਕਰਦੇ, ਬਜ਼ੁਰਗ ਤੇ ਵਾਰ ਨਹੀਂ ਕਰਦੇ, ਬੱਚੇ ਤੇ ਵਾਰ ਨਹੀਂ ਕਰਦੇ, ਭੱਜੇ ਜਾਂਦੇ ਤੇ ਵਾਰ ਨਹੀਂ ਕਰਦੇ, ਨਿਹੱਥੇ ਦੇ ਉੱਤੇ ਵਾਰ ਨਹੀਂ ਕਰਦੇ। ਇਹ ਇਹਨਾਂ ਦੇ ਨਿਯਮ ਨੇ। ਉਹਨੇ ਆਖਿਆ ਇਹਨੇ ਨਿਯਮ ਵਾਲੇ, ਇਹਨੇ ਅਸੂਲਾਂ ਦੇ ਪੱਕੇ। ਤੇਰੀ ਗੱਲ ਸੁਣ ਕੇ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਇਦਾਂ ਦਾ ਹੋਵੇਗਾ, ਤਖਤ ਸਾਡਾ ਤੇ ਰਾਜ ਇਹਨਾਂ ਸਿੰਘਾਂ ਦਾ ਹੋਵੇਗਾ। ਜੇ ਇਸ ਗੱਲ ਤੋਂ ਕੁਝ ਬਚਾਅ ਹੋ ਸਕਦਾ ਹੈ, ਜੇ ਕੋਈ ਬਚਾਅ ਕਰ ਸਕਦਾ ਹੈ ਤੇ ਕਰ ਲਾ, ਕੋਈ ਚਾਰਾ ਕਰ ਲੈ, ਨਹੀਂ ਤੇ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਨੇ ਸਾਡੇ ਤਖਤ ਨੂੰ ਹਾਸਲ ਕਰ ਲੈਣਾ। ਨਾਦਰ ਸ਼ਾਹ ਦੁਰਾਨੀ ਇੰਨੀ ਕਹਿ ਕੇ ਵਾਪਸ ਚਲਿਆ ਗਿਆ, ਪਰ ਜ਼ਕਰੀਆ ਖਾਨ ਦੀ ਰਾਤ ਦੀ ਨੀਂਦ ਤੇ ਦਿਨ ਦਾ ਚੈਨ ਹਰਾਮ ਕਰ ਗਿਆ। ਇਹਨੂੰ ਸਮਝ ਨਾ ਆਉਂਦੀ ਕਿ ਹੁਣ ਕਰੇ ਕੀ। ਹੁਣ ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਵਾਸਤੇ ਇਹਨੇ ਕੋਈ ਐਸੀ ਤਾਕਤ ਨੂੰ ਸਿੱਖਾਂ ਦੇ ਨਾਲ ਟਕਰਾਉਣ ਵਾਸਤੇ ਲੱਭਣਾ ਸ਼ੁਰੂ ਕਰ ਦਿੱਤਾ, ਜਿਹੜਾ ਸਿੱਖਾਂ ਦੇ ਬਾਲ ਬੱਚੇ ਉਜਾੜ ਕੇ ਰੱਖ ਦੇਵੇ, ਜਿਹੜਾ ਸਿੱਖਾਂ ਦੀ ਕਮਜ਼ੋਰੀ ਨੂੰ ਲੱਭ ਕੇ ਉਹਨਾਂ ਦੀ ਵਧਦੀ ਹੋਈ ਤਾਕਤ ਨੂੰ ਖਤਮ ਕਰ ਸਕੇ। ਇਹਦੀ ਨਜ਼ਰ ਪਹੁੰਚੀ ਹੈ ਮੜਿਆਲੇ ਦੇ ਰਹਿਣ ਵਾਲੇ ਇੱਕ ਚੌਧਰੀ ਮਸਾਉਲ ਦੀਨ, ਜਿਹਨੂੰ ਅਸੀਂ ਮਸਾ ਰੰਗੜ ਕਹਿ ਦਿੰਦੇ ਹਾਂ। ਰੰਗੜ ਸ਼ਬਦ ਕਿੱਥੋਂ ਆਇਆ?
ਜਿਹੜਾ ਹਿੰਦੂ ਰਾਜਪੂਤ ਤੋਂ ਧਰਮ ਕਨਵਰਟ ਕਰਕੇ ਬਦਲ ਕੇ ਮੁਸਲਮਾਨ ਹੋ ਜਾਂਦਾ ਹੈ ਨਾ, ਉਹਨੂੰ ਰੰਗੜ ਕਿਹਾ ਜਾਂਦਾ ਸੀ। ਇਹਦਾ ਪਿਛੋਕੜ ਤੇ ਹਿੰਦੂ ਧਰਮ ਦੇ ਨਾਲ ਹੈ, ਪਰ ਇਹ ਮੁਸਲਮਾਨ ਧਰਮ ਦੇ ਵਿੱਚ ਕਨਵਰਟ ਹੋਇਆ ਹੈ, ਤਬਦੀਲ ਹੋਇਆ, ਇਹਨੇ ਧਰਮ ਤਬਦੀਲ ਕੀਤਾ ਹੈ। ਹੁਣ ਖੁਸ਼ਾਮਦ ਹਾਸਲ ਕਰਨ ਵਾਸਤੇ ਮਸਾਉਲ ਦੀਨ ਮਸੇ ਰੰਗੜ ਨੂੰ ਸੱਦ ਕੇ ਜ਼ਕਰੀਆ ਖਾਨ ਨੇ ਆਖਿਆ, ਓਏ ਮਸਿਆ, ਮੈਨੂੰ ਪਤਾ ਹੈ ਜਿਹੜਾ ਕੰਮ ਤੈਨੂੰ ਸੌਂਪਿਆ ਜਾਏ ਤੂੰ ਬੜੀ ਤਨਦੇਹੀ ਦੇ ਨਾਲ ਨਿਭਾਉਣਾ ਹੈ। ਸਿੱਖਾਂ ਦਾ ਇੱਕੋ ਇੱਕ ਐਸਾ ਤਾਕਤ ਦਾ ਸੋਮਾ ਹੈ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ, ਜਿੱਥੇ ਅੱਧੇ ਵੱਡੇ ਹੋਏ ਵੀ ਆਉਂਦੇ ਨੇ ਤੇ ਜਦੋਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਆਬੇ ਹਯਾਤ ਦੇ ਵਿੱਚ ਇਸ਼ਨਾਨ ਕਰਦੇ ਨੇ, ਫਿਰ ਸੁਰਜੀਤ ਹੋ ਜਾਇਆ ਕਰਦੇ ਨੇ, ਹਜੂਮਾਂ ਨਾਲ ਲੜਨ ਦੇ ਕਾਬਲ ਹੋ ਜਾਂਦੇ ਨੇ। ਜੇ ਉਹ ਆਬੇ ਹਯਾਤ ਦਾ ਸੋਮਾ ਹੀ ਨਾ ਰਹੇ, ਜੇ ਉਹ ਹਰਮੰਦਰ ਸਾਹਿਬ ਹੀ ਨਾ ਰਹੇ, ਇਹਨਾਂ ਦੀ ਤਾਕਤ ਖਤਮ ਹੋ ਜਾਵੇਗੀ। ਉਹਨੇ ਆਖਿਆ ਫੇਰ, ਕਹਿੰਦਾ ਜਿੱਦਾਂ ਵੀ ਹੋਵੇ ਹਰਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰ ਲੈ। ਮਸਾਉਲ ਦੀਨ ਚੌਧਰੀ ਮੰਡਿਆਲੇ ਦਾ ਰਹਿਣ ਵਾਲਾ ਜ਼ਕਰੀਆ ਖਾਨ ਦੀ ਆਗਿਆ ਪਾ ਕੇ ਹਰਮੰਦਰ ਸਾਹਿਬ ਤੇ ਬੇਅਦਬੀ ਕਰਨ ਵਾਸਤੇ ਪਹੁੰਚੇ। ਇਹਨੇ ਹਰਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਕਰਨ ਆਈ ਸੰਗਤ ਦੇ ਪਰਿਕਰਮਾ ਦੇ ਵਿੱਚ ਚਰਨ ਧੂੜ ਮੱਥੇ ਨਾਲ ਲਾ ਕੇ ਜਨਮਾਂ ਜਮਾਤਰਾਂ ਦੇ ਰੋਗ ਦੂਰ ਹੁੰਦੇ ਸਨ, ਉੱਥੇ ਇਹਦੇ ਸਿਪਾਹੀਆਂ ਨੇ ਘੋੜੇ ਬੱਧੇ ਹੋਏ ਨੇ। ਜਿੱਥੇ ਸਾਨੂੰ ਸਤਿਗੁਰਾਂ ਦੀ ਬਖਸ਼ਿਸ਼ ਦੇ ਰੂਪ ਦੇ ਵਿੱਚ ਸੀਤ ਪ੍ਰਸ਼ਾਦ ਮਿਲਦਾ ਸੀ, ਉੱਥੇ ਸ਼ਰਾਬ ਤੇ ਕਬਾਬ ਦਾ ਦੌਰ ਚੱਲ ਰਿਹਾ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਕਰਦਾ ਸੀ, ਉੱਥੇ ਇਹ ਮੱਸਾ ਰੰਗੜ ਆਪ ਪਲੰਘਾ ਢਾ ਕੇ ਬੈਠਾ ਹੈ। ਜਿੱਥੇ ਗੁਰਬਾਣੀ ਦੇ ਮਨੋਹਰ ਛੱਕੇ ਗਾਇਨ ਕਰਦੇ ਹੋਏ ਰਾਗੀ ਸਿੰਘਾਂ ਦੇ ਕੋਲੋਂ ਗੁਰਬਾਣੀ ਸਰਵਣ ਕਰਦੇ ਸਾਂ, ਉੱਥੇ ਕੰਜਰੀ ਦਾ ਨਾਚ ਹੋ ਰਿਹਾ ਤੇ ਉਹ ਆਪਣੇ ਮੁਖ ਚੋਂ ਗੰਦੇ ਬੋਲ ਰਹੀ ਹੈ। ਇਹ ਸਾਰਾ ਕੁਝ ਵੇਖ ਕੇ ਇੱਕ ਕੌਮ ਦੇ ਦਰਦ ਰੱਖਣ ਵਾਲਾ ਬਲਾਕਾ ਸਿੰਘ ਤੁੰਗ ਪਿੰਡ ਦੇ ਰਹਿਣ ਵਾਲਾ, ਇਹਨੇ ਸੁਣਿਆ। ਇਹ ਸਾਰੇ ਹਾਲਾਤ ਦੱਸਣ ਵਾਸਤੇ ਬੁੱਢਾ ਜੋੜ ਜਥੇਦਾਰ ਬੁੱਢਾ ਸਿੰਘ ਦੇ ਕੋਲ ਪਹੁੰਚਿਆ। ਜਥੇਦਾਰ ਬੁੱਢਾ ਸਿੰਘ ਨੇ ਮੱਥੇ ਤੇ ਪਾਈ ਹੈ ਟਿਉੜੀ, ਉਹਨੇ ਕੁਝ ਸਿੰਘਾਂ ਨੂੰ ਵੰਗਾਰਿਆ, ਜਿਸ ਵਿੱਚੋਂ 2 ਸਿੰਘ ਸਰਦਾਰ ਮਹਿਤਾਬ ਸਿੰਘ ਭੰਗੂ ਮੀਰਾ ਕੋਟੀਆ ਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਦਾ ਰਹਿਣ ਵਾਲਾ ਤਰਖਾਨ ਸਿੱਖ, ਇਹ ਦੋਵੇਂ ਸੂਰਮੇ ਉੱਠੇ। ਇਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਮਸੇ ਚੌਧਰੀ ਨੂੰ ਮਾਰ ਕੇ ਉਹਦੀ ਕੀਤੀ ਦਾ ਫਲ ਭੁਗਤਾ ਕੇ ਆਉਣਾ ਹੈ। ਵਾਹੋ ਦਾਹੀ ਮੰਜ਼ਲਾਂ ਨੂੰ ਤੈਅ ਕਰਦੇ ਅੰਮ੍ਰਿਤਸਰ ਨੂੰ ਪਹੁੰਚੇ ਨੇ। ਪੱਟੀ ਦੇ ਨੇੜੇ ਆ ਕੇ ਇਹਨਾਂ ਨੇ ਭੇਸ ਬਦਲਿਆ, ਨੰਬਰਦਾਰਾਂ ਦਾ ਭੇਸ ਧਾਰਨ ਕੀਤਾ, ਫਿਰ ਤੁਰ ਪਏ ਨੇ ਹਰਮੰਦਰ ਸਾਹਿਬ ਨੂੰ। ਜਦੋਂ ਉੱਥੇ ਪਹੁੰਚਦੇ ਨੇ, ਪਹੁੰਚ ਕੇ ਉੱਥੇ ਨੰਬਰਦਾਰਾਂ ਦਾ ਭੇਸ ਧਾਰਨ ਕੀਤਾ ਸੀ। ਪਹਿਰੇਦਾਰ ਨੂੰ ਆਖਿਆ ਸੀ ਮਾਮਲਾ ਤਾਰਨ ਵਾਸਤੇ ਆਏ ਆ। ਦੋਵੇਂ ਸੂਰਬੀਰ ਬਹਾਦਰ ਯੋਧੇ ਮੱਸੇ ਰੰਗੜ ਦੇ ਸਾਹਮਣੇ ਪਹੁੰਚਦੇ ਨੇ। ਜਦੋਂ ਜਾ ਕੇ ਵੇਖਦੇ ਨੇ ਕੰਜਰੀ ਦਾ ਨਾਚ ਹੋ ਰਿਹਾ ਹੈ, ਜਦੋਂ ਜਾ ਕੇ ਵੇਖਦੇ ਨੇ ਸ਼ਰਾਬ ਤੇ ਕਬਾਬ ਦਾ ਦੌਰ ਚੱਲ ਰਿਹਾ ਹੈ, ਜਦੋਂ ਜਾ ਕੇ ਵੇਖਦੇ ਨੇ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਸੀ, ਉਸ ਥਾਂ ਦੇ ਉੱਤੇ ਮੱਸਾ ਰੰਗੜ ਪਲੰਘਾ ਢਾ ਕੇ ਬੈਠਾ ਹੋਇਆ ਹੈ। ਜਦੋਂ ਇਹ ਸਾਰਾ ਕੁਝ ਵੇਖਿਆ, ਮੱਥੇ ਤੇ ਤਿਉੜੀ ਪਈ ਏ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕੀਤਾ ਹੈ। ਦੋਵਾਂ ਨੇ ਆਪਸ ਵਿੱਚ ਇਸ਼ਾਰਾ ਮਿਲਾਇਆ ਹੈ। ਜਿਹੜੀ ਮਾਮਲੇ ਵਾਲੀ ਥੈਲੀ ਸੀ ਜਿਹਦੇ ਵਿੱਚ ਇਹ ਦਿਖਾਇਆ ਗਿਆ ਸੀ ਸਿੱਕੇ ਪਾਏ ਹੋਏ ਨੇ, ਵਗਾ ਕੇ ਮੱਸੇ ਦੇ ਪਲੰਗ ਥੱਲੇ ਮਾੜੀ ਏ। ਉਹ ਝੁਕ ਕੇ ਜਦੋਂ ਉਹ ਥੈਲੀ ਨੂੰ ਫੜਨ ਲੱਗਾ ਹੈ, ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਏ ਭੰਗੂ ਸਰਦਾਰ ਨੇ ਕੀਤੀ ਹੈ ਬੇਮਿਆਨੀ ਸ਼ਮਸ਼ੀਰ ਕਰਕੇ ਇੱਕ ਭਰਵਾਂ ਵਾਰ ਮੱਸੇ ਚੌਧਰੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਹੈ। ਸਰਦਾਰ ਸੁੱਖਾ ਸਿੰਘ ਨੇ ਉਸ ਸਿਰ ਨੂੰ ਟੰਗਿਆ ਨੇਜੇ ਦੇ ਉੱਤੇ। ਬੋਲੋ ਸੋਣ ਹਾਲ ਸਤਿ ਸ੍ਰੀ ਅਕਾਲ ਦੇ ਜ਼ਕਾਰੇ ਬੁਲਾਉਂਦੇ ਹੋਏ ਫਿਰ ਵਾਪਸ ਬੀਕਾਨੇਰ ਨੂੰ ਪਹੁੰਚ ਗਏ। ਇਉਂ ਪ੍ਰਤੀਤ ਹੋਇਆ ਹੈ ਜਿਵੇਂ ਚਾਰੇ ਪਾਸੇ ਹਾਹਾਕਾਰ ਮਚ ਗਈ ਏ। ਮੱਸਾ ਚੌਧਰੀ ਮਾਰਿਆ ਗਿਆ ਹੈ, ਮੱਸਾ ਮਾਰਿਆ ਗਿਆ ਹੈ, ਇਸੇ ਗੱਲ ਦੀ ਹਾਲ ਪੁਕਾਰ ਪਹੁੰਚ ਗਈ। ਮੰਡਿਆਲੇ ਪਿੰਡ ਵੀ ਇਹ ਖਬਰ ਪਹੁੰਚੀ। ਮੱਸੇ ਦੀ ਬੇਗਮ ਆਪਣੇ ਦਿਓਰਾਂ ਜੇਠਾਂ ਨੂੰ ਨਾਲ ਲੈ ਕੇ, ਮੱਸੇ ਦੇ ਭਾਈਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪਹੁੰਚਦੀ ਏ। ਜਦੋਂ ਪਹੁੰਚਦੀ ਏ ਉਸ ਥਾਂ ਤੇ ਜਿੱਥੇ ਮੱਸੇ ਦੀ ਲਾਸ਼ ਪਈ ਹੋਈ ਹੈ, ਜਿਹੜੀ ਸਿਰ ਤੋਂ ਬਿਨਾਂ ਹੈ, ਵੇਖ ਕੇ ਹੱਥੜਾ ਮਾਰ ਕੇ ਰੋਣ ਲੱਗੀ ਏ। ਇਹਨੇ ਆਪਣੇ ਮੱਸੇ ਦੇ ਭਾਈਆਂ ਨੂੰ ਨਾਲ ਲੈ ਕੇ ਉਸ ਬਿਨਾਂ ਸਿਰ ਤੋਂ ਧੜ ਨੂੰ ਇੱਕ ਗੱਡੇ ਤੇ ਲੱਦੀ ਹੈ। ਲੱਦ ਕੇ ਗੱਡੇ ਦੇ ਉੱਤੇ ਲਾਹੌਰ ਨੂੰ ਤੁਰੀ ਹੈ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਕਚਹਿਰੀ ਲੱਗੀ ਹੋਈ ਹੈ। ਲੱਗੀ ਹੋਈ ਕਚਹਿਰੀ ਦੇ ਵਿੱਚ ਇਹ ਰੋਂਦੀ ਹੋਈ, ਦੁਹੱਥੜਾ ਮਾਰਦੀ ਹੋਈ ਪਹੁੰਚੀ ਏ, ਕੀਰਨੇ ਪਾਉਂਦੀ ਹੋਈ ਪਹੁੰਚੀ ਏ। ਜਦੋਂ ਕਚਹਿਰੀ ਦੇ ਵਿੱਚ ਪਹੁੰਚੀ ਏ, ਜਾ ਕੇ ਜ਼ਕਰੀਆ ਖਾਨ ਦੇ ਕੋਲ ਇਹਨੇ ਆਪਣੇ ਸਿਰ ਦੇ ਵਾਲ ਖੋਲ ਲਏ, ਇਹਨੇ ਆਪਣੇ ਬਾਹੀਂ ਪਾਇਆ ਚੂੜਾ ਭੰਨ ਲਿਆ।
इन्हें अपने सिर दा सालू उतार के सुट दिता, कपड़े पाड़ लए, रो रो के दुहाइयां पाउण लगी है। जकरिया खान सूबेदार लाहौर नूं अपने पति दा बदला लैण वास्ते जिवें कह रही है, आओ इथों ही इस मजमून दी आरंभता करनी चाहुंदा है। जिस कदर मसे दी बेगम अपने पति दा बदला लैण वास्ते जकरिया खान कह रही है, मधु छंगिए दा ढाडी जथा उन्हां सतरां नूं हे
ਵਸਦੇ ਦੌਲਰੀ ਅਤੇ ਫੁੱਲ ਬਣ ਗਏ ਅੰਗਿਆਰ ਵੇ ਮੈਨੂੰ ਬਦਲਾ ਲੈ ਦੇ ਹਾਕਮਾਂ ਓ ਮੈਨੂੰ ਬਦਲਾ ਲੈ ਦੇ ਹਾਕਮਾਂ ਮੇਰਾ ਸੜਦਾ ਸੀਨਾ ਠਾਰ ਨਹੀਂ ਤਾਂ ਭਰੀ ਹੋਈ ਕਚਹਿਰੀ ਵਿੱਚ ਮੈਂ ਨਹੀਂ ਤਾਂ ਭਰੀ ਹੋਈ ਕਚਹਿਰੀ ਵਿੱਚ ਮੈਂ ਅੱਜ ਮਰ ਜੂ ਕਟਾਰੀ ਮਾਰ ਮੈਨੂੰ ਬਦਲਾ ਲੈ ਦੇ ਹਾਕਮਾਂ ਮੇਰਾ ਸੜਦਾ ਸੀਨਾ ਠਾਰ ਨਹੀਂ ਤਾਂ ਭਰੀ ਹੋਈ ਕਚਹਿਰੀ ਵਿੱਚ ਮੈਂ ਨਹੀਂ ਤਾਂ ਭਰੀ ਹੋਈ ਕਚਹਿਰੀ ਵਿੱਚ ਮੈਂ ਅੱਜ ਮਾਰ ਜੂ ਕਟਾਰੀ ਮਾਰ ਅੱਜ ਮਾਰ ਜੂ ਕਟਾਰੀ ਮਾਰ ਅੱਜ ਮਾਰ ਜੂ ਕਟਾਰੀ ਮਾਰ ਮੇਰੇ ਆਪਣੇ ਹੀ ਨਗਰ ਤੋਂ ਮੇਰੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਚਨ ਸਿੰਘ ਜੀ ਬੈਠੇ ਹੋਏ ਨੇ। ਗੁਰੂ ਕੀ ਸੇਵਾ ਜੋ ਬਾਬਾ ਜੀ ਹੋਣਾ ਵੱਲੋਂ ਉਹਨਾਂ ਨੂੰ ਬਖਸ਼ਿਸ਼ ਕੀਤੀਆਂ ਗਈਆਂ ਨੇ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਸੇਵਾਵਾਂ ਨਿਭਾਉਂਦੇ ਨੇ। ਇਹ ਵੀ ਮੇਰੇ ਆਪਣੇ ਹੀ ਨਗਰ ਤੋਂ ਨੇ, ਆਪਣੇ ਬੱਚਿਆਂ ਨੂੰ ਅਸੀਸ ਦੇ ਕੇ ਗਏ ਨੇ, 100 ਰੁਪਇਆ ਮਾਣ ਕਰਕੇ ਗਏ ਨੇ। ਧੰਨਵਾਦ ਕਰਦੇ ਹਾਂ ਸਤਿਗੁਰਾਂ ਪਾਸ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ, ਸਰਦਾਰ ਰਿਸ਼ਪਾਲ ਸਿੰਘ ਜੀ ਮੇਰੇ ਆਪਣੇ ਨਗਰ ਮੱਧੂ ਸ਼ਾਂਗੇ ਤੋਂ, ਉਹਨਾਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਦਿੰਦਿਆਂ ਹੋਇਆ ਮਾਇਆ ਦੇ ਰੂਪ ਦੇ ਅੰਦਰ ਪਿਆਰ ਦੇ ਰਹੇ ਨੇ। ਧੰਨਵਾਦ ਹੈ ਸਤਿਗੁਰਾਂ ਪਾਸ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ। ਤੁਹਾਡੇ ਵਿੱਚ ਬੈਠੇ ਹੋਏ ਹਰ ਇੱਕ ਸਰੀਰ ਦਾ ਸਤਿਕਾਰ ਹੈ, ਹਰ ਇੱਕ, ਕਿਉਂਕਿ ਗੁਰੂ ਕੀ ਸੰਗਤ ਦੇ ਰੂਪ ਦੇ ਵਿੱਚ ਉਹ ਸਾਰਿਆਂ ਦੇ ਵੱਲੋਂ ਹੀ ਬੇਅੰਤ ਅਸੀਸਾਂ ਪਹੁੰਚ ਰਹੀਆਂ। ਸਤਿਗੁਰੂ ਸੱਚੇ ਪਾਤਸ਼ਾਹ ਸਰਬੱਤ ਦੀਆਂ ਭਾਵਨਾਵਾਂ ਪੂਰਨ ਕਰਨ, ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਮੈਂ ਬੇਨਤੀ ਕਰ ਰਿਹਾ ਸੀ, ਮੱਸੇ ਦੀ ਬੇਗਮ ਨੇ ਆਪਣੇ ਪਤੀ ਦੇ ਸਿਰ ਤੋਂ ਬਗੈਰ ਲਾਸ਼ ਨੂੰ ਧੜ ਨੂੰ ਲੱਦ ਕੇ ਗੱਡੇ ਦੇ ਉੱਤੇ ਲਾਹੌਰ ਪਹੁੰਚੀ ਹੈ। ਲਾਹੌਰ ਦੇ ਜ਼ਕਰੀਆ ਖਾਨ, ਸੂਬੇਦਾਰ ਜ਼ਕਰੀਆ ਖਾਨ ਨੂੰ ਜਾ ਕੇ ਰੋ ਰੋ ਕੇ ਆਪਣੇ ਪਤੀ ਦੇ ਮੌਤ ਦੇ ਬਦਲਾ ਲੈਣ ਵਾਸਤੇ ਤਰਲੇ ਪਾ ਰਹੀ ਹੈ।
ਸਿਆਣੇ ਕਹਿੰਦੇ ਨੇ ਜਦੋਂ ਕਿਸੇ ਦੇ ਘਰ ਨੂੰ ਲੱਗੀ ਹੋਵੇ ਤੇ ਕਹਿੰਦੇ ਆ ਬਸੰਤਰ ਜਾ ਮਚਿਆ ਏ। ਬਸੰਤਰ ਜੋਬਨ ਤੇ ਆ ਜਦੋਂ ਆਪਣੇ ਘਰ ਨੂੰ ਲੱਗਦੀ ਹੈ ਤੇ ਫਿਰ ਕਹਿੰਦੇ ਆ ਰੱਬ ਦਾ ਕਹਿਰ ਹੋ ਗਿਆ, ਸਾਡਾ ਘਰ ਹੀ ਸੜ ਕੇ ਸੁਆਹ ਹੋ ਗਿਆ। ਤੁਸੀਂ ਉਸ ਵਕਤ ਨੂੰ ਆਪਣੇ ਤਨ ਦੇ ਉੱਤੇ ਹੰਡਾਇਆ ਹੈ, ਜਿਹਨੂੰ ਕਾਲਾ ਦੌਰ ਵੀ ਕਿਹਾ ਜਾਂਦਾ ਹੈ। ਜਦੋਂ ਕੋਈ ਨੌਜਵਾਨ ਬੱਚਾ ਆਪਣੇ ਭਵਿੱਖ ਨੂੰ ਸਵਾਰਨ ਵਾਸਤੇ ਸਕੂਲਾਂ ਕਾਲਜਾਂ 'ਚ ਜਾਂਦਾ ਹੈ, ਮਾਪੇ ਉਡੀਕਦੇ ਨੇ ਸਾਡਾ ਪੁੱਤਰ ਆਵੇਗਾ। ਸ਼ਾਮ ਹੋ ਗਈ ਅਜੇ ਨਹੀਂ ਆਇਆ, ਅਗਲੇ ਦਿਨ ਪਤਾ ਲੱਗਦਾ ਹੈ ਕਿਸੇ ਪੁਲ ਦੇ ਥੱਲੇ ਮਾਰਿਆ ਪਿਆ ਹੈ। ਕਾਰਨ ਕੋਈ ਨਹੀਂ, ਕੇਵਲ ਆਪਣੇ ਮੋਢੇ ਤੇ ਸਟਾਰ ਵਧਾਉਣ ਵਾਸਤੇ ਕੁਝ ਨੀਚ ਲੋਕਾਂ ਨੇ ਉਦੋਂ ਇਹੋ ਜਿਹੀਆਂ ਹਰਕਤਾਂ ਵੀ ਕੀਤੀਆਂ। ਜਵਾਨੀ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ, ਇਥੋਂ ਤੱਕ ਕਿ ਰਖਸ਼ਿਸ਼ ਵੀ ਬਖਸ਼ਿਸ਼ ਬਣ ਗਏ। ਜਿਨ੍ਹਾਂ ਨੇ ਰਾਖੀ ਕਰਨੀ ਸੀ ਉਹ ਵੀ ਖਾਣ ਨੂੰ ਤੁਰ ਪਏ। ਉਹ ਦੌਰ ਤੁਹਾਡੇ ਚੋਂ ਬਹੁਤਿਆਂ ਨੇ ਆਪਣੇ ਪਿੰਡੇ ਤੇ ਆਪਣੇ ਤਣ ਤੇ ਹੰਡਾਇਆ ਹੈ। ਜਿਨ੍ਹਾਂ ਨੂੰ ਕੁਰਸੀ ਦਿੱਤੀ ਸੀ ਕਿ ਇਹ ਸਾਡੇ ਵਾਸਤੇ ਕੁਝ ਕਰ ਸਕਣ, ਸਾਡੀ ਜਵਾਨੀ ਵਾਸਤੇ ਇਹ ਕੋਈ ਨੌਕਰੀਆਂ ਦਾ ਪ੍ਰਬੰਧ ਕਰਨ, ਰੋਜ਼ਗਾਰ ਦਾ ਪ੍ਰਬੰਧ ਕਰਨ, ਉਹਨਾਂ ਨੇ ਉਸ ਜਵਾਨੀ ਨੂੰ ਹੀ ਖਤਮ ਕਰਨਾ ਸ਼ੁਰੂ ਕਰ ਦਿੱਤਾ। ਅੱਜ ਉਹਨਾਂ ਦੇ ਪਰਿਵਾਰ ਵਾਲੇ ਕਹਿੰਦੇ ਆ ਕਿ ਸਾਡੇ ਵੱਡਿਆਂ ਨੂੰ ਬੁੱਚੜ ਨਾ ਆਖੋ, ਸਾਡੇ ਵੱਡਿਆਂ ਨੂੰ ਐਦਾਂ ਨਾ ਆਖੋ। ਜਦੋਂ ਕੰਮ ਹੀ ਬੁੱਚੜਾਂ ਵਾਲੇ ਕੀਤੇ ਤੇ ਫਿਰ ਆਖੀਏ ਕਿਉਂ ਨਾ। ਇਹੋ ਜਿਹੇ ਲੋਕਾਂ ਨੂੰ ਬੁੱਚੜ ਹੀ ਆਖਿਆ ਜਾ ਸਕਦਾ। ਇਸੇ ਤਰ੍ਹਾਂ ਦਾ ਮਸਾ ਚੌਧਰੀ ਜਦੋਂ ਇਨਾਮ ਲੈ ਕੇ ਘਰ ਨੂੰ ਪਰਤਦਾ ਸੀ ਨਾ, ਅੱਜ ਇੰਨੇ ਸਿੰਘ ਮਰਵਾ ਦਿੱਤੇ, ਅੱਜ ਇੰਨਿਆਂ ਦੇ ਬੱਚੇ ਮਰਵਾ ਦਿੱਤੇ, ਅੱਜ ਇੰਨਿਆਂ ਦਾ ਘਰ ਬਾਹਰ ਉਜਾੜ ਦਿੱਤਾ। ਸੂਬੇਦਾਰ ਜ਼ਕਰੀਆ ਖਾਨ ਦੇ ਕੋਲੋਂ ਇਨਾਮ ਲਿਆ ਤੇ ਘਰ ਵਾਲੀ ਅਗਾਹ ਹੋ ਕੇ ਆਂਦੀ ਸੀ ਅੱਜ ਕਿੰਨਾ ਇਨਾਮ ਲੈ ਕੇ ਆਏ ਜੇ। ਤੇ ਜਦੋਂ ਅੱਜ ਆਪਣੇ ਉਸੇ ਇਨਾਮ ਲਿਆਉਣ ਵਾਲੇ ਪਤੀ ਦੀ ਸਿਰ ਤੋਂ ਬਗੈਰ ਧੜ ਵੇਖਿਆ ਹੈ, ਕੀਰਨ ਪਾ ਪਾ ਕੇ ਕਹਿ ਰਹੀ ਹੈ ਮੈਂ ਤੇ ਉਜੜ ਗਈ, ਮੇਰਾ ਉਜਾੜਾ ਹੋ ਗਿਆ। ਭੁੱਲ ਗਈ ਕਿ ਜਿਹੜੇ ਕਈ ਘਰ ਉਜਾੜ ਕੇ ਇਹ ਇਨਾਮ ਲੈ ਕੇ ਆਉਂਦਾ ਸੀ ਉਹ ਵੀ ਇਸੇ ਹੀ ਤਰ੍ਹਾਂ, ਉਹਨਾਂ ਦਾ ਵੀ ਇਦਾਂ ਦਾ ਹੀ ਪਰਿਵਾਰ ਸੀ, ਉਹਨਾਂ ਦੇ ਸਿਰ ਤੇ ਵੀ ਇਦਾਂ ਦਾ ਕੋਈ ਸਾਈਂ ਸੀ ਜਿਹੜਾ ਇਹਦੇ ਕੇਵਲ ਇਹਨੇ ਇਨਾਮ ਲੈਣ ਦੀ ਹਵਸ ਦੇ ਕਾਰਨ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਤਾ ਨਹੀਂ ਕਿੰਨੇ ਘਰ ਉਜਾੜ ਦਿੱਤੇ ਸਨ। ਅੱਜ ਹੁਣ ਰੱਖ ਕੇ ਉਸ ਮੱਸੇ ਚੌਧਰੀ ਦੇ ਸਿਰ ਤੋਂ ਬਗੈਰ ਧੜ ਨੂੰ ਵਾਸਤੇ ਪਾ ਰਹੀ ਹੈ, ਕਹਿੰਦੀ ਹਾਕਮਾ ਮੈਨੂੰ ਬਦਲਾ ਲੈ ਦੇ, ਮੇਰੇ ਪਤੀ ਦੇ ਕਾਤਲ ਲੱਭ ਦੇ, ਮੈਨੂੰ ਦੱਸ ਉਹ ਕਿੱਥੇ ਲੁਕੇ ਹੋਏ ਨੇ। ਜਿੰਨਾ ਚਿਰ ਉਹਨਾਂ ਕੋਲੋਂ ਮੈਂ ਆਪਣੇ ਪਤੀ ਦਾ ਬਦਲਾ ਲਿਆ ਹੋਇਆ ਨਹੀਂ ਵੇਖ ਲੈਂਦੀ, ਮੈਨੂੰ ਜਾਣ ਨਹੀਂ ਆਉਣਾ ਹੈ। ਮੈਂ ਜੇ ਮੇਰੇ ਪਤੀ ਦੇ ਮੌਤ ਦਾ ਬਦਲਾ ਨਾ ਲਿਆ ਗਿਆ, ਮੈਂ ਤੇਰੇ ਇਸੇ ਭਰੀ ਕਚਹਿਰੀ ਦੇ ਵਿੱਚ ਆਪਣੇ ਸੀਨੇ 'ਚ ਕਤਾਰ ਮਾਰ ਕੇ ਮਰ ਜਾਣਾ ਹੈ। ਜ਼ਕਰੀਆ ਖਾਨ ਕਹਿਣ ਲੱਗਾ ਤੁਸੀਂ ਆਪਣੇ ਵਾਲ ਬੰਨ ਲਓ, ਕੇਸ ਬੰਨ ਲਓ, ਤੁਹਾਡੇ ਪਤੀ ਦੇ ਕਾਤਲ ਬਹੁਤਾ ਚਿਰ ਲੁਕ ਨਹੀਂ ਸਕਣਗੇ, ਅਸੀਂ ਲੱਭ ਲਿਆਵਾਂਗੇ। ਉਹਨੇ ਆਖਿਆ ਇਦਾਂ ਨਹੀਂ ਬੰਨਣੇ। ਉਹਨੇ ਆਖਿਆ ਫਿਰ ਕਿੱਦਾਂ ਬੰਨਣੇ? ਕਹਿੰਦੇ ਮੇਰੇ ਪਤੀ ਦੇ ਕਾਤਲ ਲਿਆ ਫੜ ਕੇ ਮੇਰੇ ਸਾਹਮਣੇ, ਉਹਨਾਂ ਦੇ ਘਰ ਮੇਰੀਆਂ ਅੱਖਾਂ ਦੇ ਸਾਹਮਣੇ ਡਕਰੇ, ਉਹਨਾਂ ਦਾ ਲਹੂ ਵਹਿੰਦਾ ਹੋਇਆ ਵੇਖ ਕੇ ਮੈਂ ਉਸ ਲਹੂ ਦੇ ਵਿੱਚ ਆਪਣੇ ਹੱਥ ਰੰਗ ਕੇ ਆਪਣੇ ਕੇਸਾਂ ਨੂੰ ਉਸ ਲਹੂ ਦੇ ਨਾਲ ਰੰਗ ਕੇ ਫੇਰ ਬੰਨਣੇ। ਉਹਨਾਂ ਚਿਹਰੇ ਕੇਸ ਨਹੀਂ ਬੰਨਣੇ, ਉਹਨਾਂ ਚਿਹਰੇ ਵਾਲ ਨਹੀਂ ਬੰਨਣੇ। ਉਹਨੇ ਆਖਿਆ ਇਦਾਂ ਹੀ ਹੋਵੇਗਾ। ਹੁਣ ਜ਼ਕਰੀਆ ਖਾਨ ਨੇ ਕਾਰਵਾਈ ਕਰਨ ਵਾਸਤੇ ਇਲਾਕੇ ਦੇ ਵਿੱਚ ਜਿੰਨੇ ਨੰਬਰਦਾਰ ਟੌਟ ਚੌਧਰੀ ਸਨ ਸਾਰੇ ਹੀ ਇਕੱਤਰ ਕਰ ਲਏ। ਉਹਨਾਂ ਨੂੰ ਸੁਨੇਹੇ ਪਹੁੰਚਾ ਦਿੱਤੇ। ਸਰਕਾਰਾਂ ਆਪਣੀ ਹੋਂਦ ਬਣਾਉਣ ਵਾਸਤੇ ਇਲਾਕਿਆਂ ਦੇ ਵਿੱਚ ਆਪਣੇ ਖਾਸ ਅਹਿਲਕਾਰ ਛੱਡਿਆ ਕਰਦੀਆਂ ਨੇ, ਆਪਣੇ ਖਾਸ ਬੰਦੇ ਛੱਡਿਆ ਕਰਦੇ, ਭਾਵੇਂ ਉਹ ਪੁਰਾਤਨ ਸਮਾਂ ਹੋਵੇ ਤੇ ਭਾਵੇਂ ਅੱਜ ਦਾ। ਅੱਜ ਵੀ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੁਝ ਸਰਕਾਰ ਦੇ ਬੰਦੇ ਹੋਇਆ ਕਰਦੇ ਨੇ ਜਿਹੜੇ ਨਗਰ ਦੇ ਵਿੱਚ ਹੋਈ ਮੂਵਮੈਂਟ ਨੂੰ ਸਰਕਾਰ ਤੱਕ ਪਹੁੰਚਾਉਂਦੇ ਨੇ, ਹਕੂਮਤ ਤੱਕ ਪਹੁੰਚਾਉਂਦੇ ਨੇ ਕਿ ਕਿਹੜਾ ਧੜਾ ਕਿਸ ਪਾਸੇ ਵੱਲ ਜਾ ਰਿਹਾ ਹੈ, ਕਿਹੜੇ ਪਾਸੇ ਵੱਲ, ਕਿਹੜੇ ਪਾਸਿਓਂ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ, ਕਿਹੜੇ ਪਾਸਿਓਂ ਸਰਕਾਰ ਨੂੰ ਨੁਕਸਾਨ ਹੋ ਰਿਹਾ ਹੈ। ਇਹ ਸਾਰੀ ਗੱਲ ਨਗਰਾਂ ਚੋਂ ਉੱਪਰ ਤੱਕ ਪਹੁੰਚਾਈ ਜਾਂਦੀ ਹੈ। ਉਹਨਾਂ ਸਮਿਆਂ ਦੇ ਵਿੱਚ ਵੀ ਇਦਾਂ ਹੀ ਸੀ। ਹੁਣ ਸੁਨੇਹੇ ਭੇਜ ਕੇ ਜਿੰਨੇ ਨੰਬਰਦਾਰ ਚੌਧਰੀ ਸਨ, ਜਿੰਨੇ ਟੌਟ ਸਨ, ਸਾਰੇ ਹੀ ਮੰਗਵਾ ਲਏ। ਇਹਨਾਂ ਸਾਰਿਆਂ ਨੂੰ ਇੱਕ ਕਤਾਰ ਵਿੱਚ ਖੜਿਆ ਕਰ ਲਿਆ ਹੈ। ਕਹਿਣ ਲੱਗਾ ਤੁਸੀਂ ਤੇ ਕਹਿੰਦੇ ਸੀ ਇਲਾਕੇ ਵਿੱਚ ਸਿੰਘ ਹੀ ਕੋਈ ਨਹੀਂ ਰਹਿ ਗਿਆ, ਅਸੀਂ ਸਾਰੇ ਹੀ ਮਾਰਤੇ। ਉਹ ਆ ਜਿਨ੍ਹਾਂ ਨੇ ਮੱਸੇ ਦਾ ਸਿਰ ਲਾ ਕੇ ਲੈ ਗਏ, ਇਹ ਪਤਾਲ ਚੋਂ ਉੱਭਰ ਆਏ ਕਿ ਜਾਂ ਫਿਰ ਅਸਮਾਨ ਪਾੜ ਕੇ ਉਤਰ ਆਏ? ਮੈਨੂੰ ਦੱਸੋ ਆਏ ਕਿੱਥੋਂ ਜੇ ਪੰਜਾਬ ਦੀ ਧਰਤੀ ਤੇ ਸਿੰਘ ਰਹੇ ਨਹੀਂ? ਕੋਈ ਕੁਝ ਨਾ ਬੋਲਿਆ, ਕੋਈ ਨਾਂ ਲੈ ਕੇ ਆਪਣੀ ਮੌਤ ਨੂੰ ਮਾਸੀ ਨੇ ਕਹਿਣਾ ਚਾਹੁੰਦਾ ਸੀ।
ਹੁਣ ਮਸੇ ਦੀ ਮੌਤ ਦਾ ਬਦਲਾ ਲੈਣ ਵਾਸਤੇ ਉਹਦੀ ਬੇਗਮ ਕੀਰਨੇ ਪਾ ਰਹੀ ਸੀ। ਇਹ ਜ਼ਕਰੀਆ ਖਾਨ ਨੇ ਅੱਖਾਂ ਨਾਲ ਵੇਖਿਆ। ਹੁਣ ਜ਼ਕਰੀਆ ਖਾਨ ਮਸੇ ਦੀ ਮੌਤ ਦਾ ਬਦਲਾ ਲੈਣ ਵਾਸਤੇ ਕੁਝ ਵੀ ਕਰੇਗਾ। ਇਹਨੂੰ ਪਤਾ ਚਾਹੀਦਾ ਆਖਰ ਇਹਦਾ ਸਿਰ ਵੱਢ ਕੇ ਲੈ ਜਾਣ ਵਾਲੇ ਹੈ ਤੇ ਹੈ ਕੌਣ। ਜਦੋਂ ਕੋਈ ਨਾ ਬੋਲਿਆ ਇਹਨੇ ਸਾਰੇ ਚੌਧਰੀ ਤੇ ਨੰਬਰਦਾਰ ਇੱਕ ਕਤਾਰ ਵਿੱਚ ਖੜੇ ਕਰ ਲਏ। ਇੱਕ ਮੋਟੀ ਜੀ ਡਾਂਗ ਆਪਣੇ ਹੱਥ ਵਿੱਚ ਲਈ, ਇੱਕ ਪਾਸਿਓਂ ਤੁਰ ਪਿਆ ਹੈ, ਮਾਰ ਮਾਰ ਕੇ ਸਾਰਿਆਂ ਨੂੰ ਜਿਸ ਕਦਰ ਮਸੇ ਚੌਧਰੀ ਦੇ ਕਾਤਲਾਂ ਦਾ ਪਤਾ ਪੁੱਛਦਾ ਆਓ ਸਰਵਣ ਕਰਿਓ। ਮਧੂ ਛਾਂਗੇ ਦਾ ਢਾਡੀ ਜਥਾ ਉਹਨਾਂ ਸਤਰਾਂ ਨੂੰ ਹੇ ਇਉਂ सूबे ने फिर चौधरी सब फड़ मंगवाए हो। सूबे ने फिर चौधरी सब फड़ मंगवाए। हाँ सूबे ने फिर चौधरी सब फड़ मंगवाए हो। सूबे ने फिर चौधरी सब फड़ मंगवाए। की तीरज के भेजती मारे धमकाए। की तीरज के भेजती मारे धमकाए। की तीरज के बेजती मारे धमकाए। हाँ की तीरज के बेजती मारे धमकाए हो। की तीरज के बेजती मारे धमकाए। ओ कातिल मसे दे कातिल मसे दे हुण किथों ते जा उतरे आसमान तो ते जा धरती जा कहो हुण किथों आए हो। कतल मसे दे कहो हुण किथों आए। ओ जा उतरे आसमान तो जा धरती जाए। जा उतरे आसमान तो जा धरती जाए। हो जा उतरे आसमान तो जा धरती जाए। आसमान तो जा धरती जाए। ओ भला दे जावो अपना
ਚਾਵੋ ਆਪਣਾ ਸਿੰਘ ਦਿਓ ਫੜਾਏ ਓ ਭਲਾ ਜੇ ਚਾਹੋ ਆਪਣਾ ਸਿੰਘ ਦਿਓ ਫੜਾਏ ਹੋ ਭਲਾ ਜੇ ਚਾਹੋ ਆਪਣਾ ਸਿੰਘ ਦਿਓ ਫੜਾਏ ਓ ਬਦਲਾ ਲਵਾਂਗਾ ਤੁਸਾਂ ਤੋਂ ਜੇ ਨਾ ਹਥਿਆਏ ਬਦਲਾ ਲਵਾਂਗਾ ਤੁਸਾਂ ਤੋਂ ਓ ਬਦਲਾ ਲਵਾਂਗਾ ਤੁਸਾਂ ਤੋਂ ਜੇ ਨਾ ਹਥਿਆਏ ਬਦਲਾ ਲਵਾਂਗਾ ਤੁਸਾਂ ਤੋਂ ਜੇ ਨਾ ਹਥਿਆਏ ਓ ਬਦਲਾ ਲਵਾਂਗਾ ਤੁਸਾਂ ਤੋਂ ਜੇ ਨਾ ਹੱਥ ਆਏ ਹੋ ਬਦਲਾ ਲਵਾਂਗਾ ਤੁਸਾਂ ਤੋਂ ਜੇ ਨਾ ਹੱਥ ਆਏ ਹੋ ਬਦਲਾ ਲਵਾਂਗਾ ਤੁਸਾਂ ਤੋਂ ਜੇ ਨਾ ਆਏ ਹੋ ਜ਼ਕਰੀਆ ਖਾਨ ਨੇ ਕੋਡੋ ਇੱਕ ਪਾਸਿਓਂ ਰੱਖ ਕੇ ਸਾਰਿਆਂ ਦੇ ਦੋ ਦੋ ਡਾਂਗਾ ਛੱਡੀਆਂ ਸਾਰੇ ਚੀਜ਼ ਵੱਟ ਕੇ ਖਾ ਗਏ ਇੱਕ ਪਾਸੇ ਵਾਲਾ ਅਖੀਰ ਤੇ ਖਲੋਤਾ ਸੀ ਜੰਡਿਆਲੇ ਦਾ ਰਹਿਣ ਵਾਲਾ ਹਰਭਗਤ ਨਰੰਜਨੀਆ ਇਹ ਹੈ ਕੌਣ ਮੈਂ ਥੋੜਾ ਜਿਹਾ ਆਪ ਜੀ ਦੇ ਨਾਲ ਉਸ ਬਾਰੇ ਵਿਚਾਰ ਕਰ ਦੇਣਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਚਾਰਕਾਂ ਦੀ ਪ੍ਰਥਾ ਚਲਾਈ 22 ਮੰਜੀਆਂ ਥਾਪੀਆਂ ਜਿਨ੍ਹਾਂ ਦੇ ਵਿੱਚ ਇੱਕ ਬੜਾ ਸੂਝਵਾਨ ਪ੍ਰਚਾਰਕ ਜਿਹੜਾ ਗੁਰੂ ਦੇ ਨਾਲ ਬੜਾ ਪਿਆਰ ਰੱਖਦਾ ਹੈ ਸਤਿਗੁਰਾਂ ਦੇ ਨਾਲ ਬੜੀ ਪ੍ਰੀਤ ਰੱਖਦਾ ਹੈ ਸਿੱਖੀ ਦਾ ਪ੍ਰਚਾਰ ਕਰਦਾ ਹੈ ਤੇ ਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਕਰਦਾ ਹੈ 22 ਮੰਜੀਆਂ ਦੇ ਵਿੱਚੋਂ ਇਹ ਵੀ ਇੱਕ ਪ੍ਰਚਾਰਕ ਹੈ ਇਸ ਦਾ ਨਾਮ ਹੈ ਬਾਬਾ ਹੰਦਾਲ ਇਹ ਜੰਡਿਆਲੇ ਦਾ ਰਹਿਣ ਵਾਲਾ ਹੈ ਤੇ ਇਹਨੇ ਪਿਆਰ ਦੇ ਨਾਲ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਦਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਭਾਈ ਹੰਦਾਲ ਦੀਆਂ ਵਿਚਾਰਾਂ ਸਰਵਣ ਕਰਦੇ ਸਨ ਜਦੋਂ ਵਿਚਾਰ ਕਰ ਰਿਹਾ ਹੁੰਦਾ ਸੀ ਸਤਿਗੁਰੂ ਜੀ ਬੜਾ ਪਿਆਰ ਕਰਦੇ ਸਨ ਆਪਣੇ ਪ੍ਰਚਾਰਕਾਂ ਦੇ ਨਾਲ ਉਹਨਾਂ ਨੂੰ ਉੱਚੇ ਥਾਂ ਤੇ ਬਿਠਾ ਕੇ ਆਪ ਸੰਗਤ ਵਿੱਚ ਬੈਠ ਜਾਣਾ ਇਹ ਪਿਆਰ ਸੀ ਸਤਿਗੁਰਾਂ ਦਾ ਇਹ ਉੱਪਰ ਪਾਤਸ਼ਾਹ ਮਹਾਰਾਜ ਜੀ ਨੇ ਜੋ ਆਪਣੇ ਪ੍ਰਚਾਰਕਾਂ ਨੂੰ ਸਤਿਕਾਰ ਦਿੱਤਾ ਸੀ ਸਮਾਂ ਬਤੀਤ ਹੁੰਦਾ ਗਿਆ ਭਾਈ ਹੰਦਾਲ ਜੀ ਸਰੀਰ ਕਰਕੇ ਸੰਸਾਰ ਤੋਂ ਚਲਾਣਾ ਕਰ ਗਏ ਉਹਨਾਂ ਦੀ ਔਲਾਦ ਜਿਹੜੀ ਹੈ ਗੁਰੂ ਤੋਂ ਬੇਮੁਖ ਨਿਕਲੀ ਚਾਹੀਦਾ ਸੀ ਆਪਣੇ ਵੱਡਿਆਂ ਦੇ ਨਕਸ਼ੇ ਕਦਮ ਤੇ ਚੱਲ ਕੇ ਗੁਰੂ ਦੇ ਨਾਲ ਪਿਆਰ ਬਣਦਾ ਗੁਰਸਿੱਖੀ ਜੀਵਨ ਹਾਸਲ ਕਰਦੇ ਪਰ ਗੁਰੂ ਦੀ ਸਿੱਖੀ ਤੋਂ ਬੇਮੁਖ ਹੋ ਗਏ ਮਨ ਵਿੱਚ ਸੋਚਿਆ ਸਾਡਾ ਬਾਪੂ ਜਾਂਦਾ ਸੀ ਸਤਿਗੁਰਾਂ ਦੇ ਕੋਲੋਂ ਬਖਸ਼ਿਸ਼ਾਂ ਲਿਆਉਂਦਾ ਸੀ ਨਾਲੇ ਆਪ ਉਹਨੂੰ ਨਜ਼ਾਰੇ ਸੀ ਨਾਲੇ ਸਾਨੂੰ ਨਜ਼ਾਰੇ ਲੱਗੇ ਸਨ ਕੇਵਲ ਇੱਥੋਂ ਤੱਕ ਸੋਚ ਸੀਮਤ ਰਹਿ ਗਈ ਹੁਣ ਬਾਪੂ ਤੇ ਹੈ ਨਹੀਂ ਗੁਰੂ ਘਰੋਂ ਕੁਝ ਮਿਲਣਾ ਨਹੀਂ ਤੇ ਇੱਕ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਗੁਰੂ ਵੱਡਾ ਨਹੀਂ ਗੁਰੂ ਛੋਟਾ ਹੈ ਤੇ ਸਾਡਾ ਜਿਹੜਾ ਬਾਬਾ ਹੰਦਾਲ ਸੀ ਉਹ ਵੱਡਾ ਹੈ ਸਤਿਗੁਰਾਂ ਨੂੰ ਛੋਟਾ ਦਿਖਾਉਣਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਹੰਦਾਲ ਜੀ ਦੇ ਸੇਵਕ ਸਨ ਤਾਂ ਉਹਨਾਂ ਨੂੰ ਉੱਚੇ ਥਾਂ ਤੇ ਬਿਠਾਉਂਦੇ ਸੀ ਆਪ ਨੀਵੇਂ ਥਾਂ ਤੇ ਬਹਿੰਦੇ ਸੀ ਇਹ ਪ੍ਰਚਾਰ ਬੜਾ ਹੋਇਆ ਕਈ ਵਾਰ ਕੁਝ ਲੋਕਾਂ ਦੇ ਮਨਾਂ ਤੇ ਭੋਲੇ ਭਾਲੇ ਲੋਕਾਂ ਦੇ ਮਨਾਂ ਤੇ ਅਸਰ ਵੀ ਹੋਣਾ ਸ਼ੁਰੂ ਹੋਇਆ ਇੱਕ ਤੁਸੀਂ ਸਾਖੀ ਪੜ੍ਹਦੇ ਹੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਨਮ ਸਾਖੀ ਜਿਹੜੀ ਭਾਈ ਬਾਲੇ ਵਾਲੀ ਉਹਦੇ ਅੰਦਰ ਵੀ ਇਸ ਗੱਲ ਦਾ ਬੜਾ ਜ਼ਿਕਰ ਕੀਤਾ ਗਿਆ ਉਹ ਸਾਖੀ ਵੀ ਇਹਨਾਂ ਹੰਦਾਲੀਆਂ ਵੱਲੋਂ ਮਨ ਘੜਤ ਲਿਖੀ ਗਈ ਹੈ ਕਈ ਗੱਲਾਂ ਉਹਦੇ ਵਿੱਚ ਐਸੀਆਂ ਨੇ ਦੋ ਸਾਖੀਆਂ ਆਉਂਦੀਆਂ ਭਾਈ ਬਾਲੇ ਵਾਲੀ ਇੱਕ ਅਸਲੀ ਇੱਕ ਨਕਲੀ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਭਾਈ ਮੋਖੇ ਨੇ ਲਿਖੀ ਹੈ ਤੇ ਭਾਈ ਬਾਲੇ ਨੇ ਗੱਲ ਸੁਣਾਈ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਹ ਸਾਖੀ ਲਿਖੀ ਗਈ ਤੇ ਕੁਝ ਗੱਲਾਂ ਅਜਿਹੀਆਂ ਲਿਖੀਆਂ ਗਈਆਂ ਉਸ ਵਿੱਚ ਜਿਹੜੀਆਂ ਗੁਰਮਤ ਅਨੁਸਾਰ ਬਿਲਕੁਲ ਵੀ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਢੁਕਦੀਆਂ ਨਹੀਂ ਜੇ ਮੈਂ ਉਸ ਤੇ ਵਿਚਾਰ ਕਰਾਂ ਸਮਾਂ ਬਹੁਤ ਲੱਗੇਗਾ ਮੈਂ ਕੇਵਲ ਆਪਣੇ ਵਿਚਾਰ ਦੇ ਵਿੱਚ ਹੀ ਰਹਿਣਾ ਚਾਹੁੰਦਾ ਉਹਨਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਇਹੋ ਜਿਹਾ ਪ੍ਰਚਾਰ ਹੋਵੇ ਕੁਝ ਲੋਕਾਂ ਦੇ ਮਨਾਂ ਦੇ ਉੱਤੇ ਅਸਰ ਹੋ ਜਾਇਆ ਕਰਦਾ ਹੈ ਇਹਨਾਂ ਵੱਖਰੀ ਗੱਦੀ ਲਾਉਣੀ ਸ਼ੁਰੂ ਕਰ ਦਿੱਤੀ ਜਿਹੜਾ ਜੰਡਿਆਲਾ ਪਿੰਡ ਹੈ ਨਾ ਇਹਨੂੰ ਅੱਜ ਕਿਹਾ ਜਾਂਦਾ ਹੈ ਜੰਡਿਆਲਾ ਗੁਰੂ ਇਹਨੂੰ ਕਾਗਜ਼ਾਂ ਦੇ ਵਿੱਚ ਵੀ ਜੰਡਿਆਲਾ ਗੁਰੂ ਕਿਹਾ ਜਾਂਦਾ ਹੈ ਉਹ ਇਸੇ ਕਰਕੇ ਕਿਉਂਕਿ ਇੱਥੋਂ ਦਾ ਭਾਈ ਹੰਦਾਲ ਸੀ ਉਹਦੀ ਔਲਾਦ ਨੇ ਉਹਨੂੰ ਗੁਰੂ ਬਣਾ ਕੇ ਰੱਖ ਦਿੱਤਾ ਤੇ ਲੋਕਾਂ ਨੇ
उस ओदे नगर दे नां दे नाल ही जंडियारा गुरु ला दिता, नहीं तो इस धरती दे नाल किसी भी गुरु साहिबा दा कोई संबंध नहीं, ना इत्थे गुरु साहिब आए, ना इत्थे किसी गुरु साहिब दा प्रकाश होया। इस करके इस धरती इहदा नां ते जंडियाला है, पर भाई हंधाल करके इस नूं जंडियाला गुरु कहना शुरू कर दिता। अज भी कहते हैं, अज भी बहुत ही वारी जंडियाला गुरु कह के उस नगर नूं पुकारिया जांदा। ਇਹ ਜਿਹੜਾ ਹਰਭਗਤ ਨਿਰੰਜਨੀਆ ਸੀ, ਇਹ ਵੀ ਉਹ ਭਾਈ ਹੰਦਾਲ ਦੀ ਔਲਾਦ ਵਿੱਚੋਂ ਸੀ, ਉਹਦੀ ਅੰਸ਼ ਬੰਸ ਵਿੱਚੋਂ ਸੀ, ਪਰ ਗੁਰੂ ਘਰ ਤੋਂ ਬੇਮੁਖ ਹੋ ਚੁੱਕੇ ਸਨ। ਉਹ ਤੇ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪ੍ਰਚਾਰ ਸਦਕਾ ਇਹਨਾਂ ਦੀ ਗੱਦੀ ਨੂੰ ਠੱਲ ਪਾਈ ਸੀ। ਫਿਰ ਇਹ ਸਰਕਾਰ ਦੇ ਟਾਊਟ ਹੋ ਗਏ, ਇਹ ਸਿੱਖੀ ਦਾ ਵਿਰੋਧ ਕਰਨ ਲੱਗ ਪਏ। ਅੱਜ ਵੀ ਹਰਭਗਤ ਨਿਰੰਜਨੀਆ ਗੱਦੀ ਤੇ ਲਾ ਕੇ ਬੈਠਦਾ ਹੈ, ਭੋਲੇ ਭਾਲੇ ਲੋਕਾਂ ਨੂੰ ਇਹ ਲੁੱਟਦਾ ਤੇ ਹੈ, ਆਪਣੇ ਆਪ ਨੂੰ ਸੰਤ ਖਵਾਉਂਦਾ ਹੈ, ਮਹੰਤ ਖਵਾਉਂਦਾ ਹੈ। पर सतगुਰਾਂ ਦੀ ਬਾਣੀ ਨੂੰ ਪੁੱਛੀਏ ਕਿ ਇਹੋ ਜਿਹੇ ਲੋਕ ਸੰਤ ਹੋਇਆ ਕਰਦੇ ਨੇ। ਪਾਤਸ਼ਾਹ ਕਹਿੰਦੇ ਗੱਜ ਸਾਡੇ ਤਰੇ ਤਰੇ ਧੋਤੀਆਂ, ਤੇਹਰੇ ਪਾਇਣ ਤੱਗ, ਗਲੀ ਜਿਨੋਂ ਜਪ ਮਾਲੀਆਂ, ਲੋਟੇ ਹੱਥ ਨ ਬੱਗ, ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਇਹ ਬਨਾਰਸੀ ਠੱਗ ਬਣ ਕੇ ਬੈਠਾ ਹੋਇਆ ਸੀ। ਹੁਣ ਤੁਸੀਂ ਆਪ ਸਿਆਣੇ ਹੋ, ਜਿਹਨੂੰ ਚੜਾਵੇ ਚੜਨੇ, ਜਿਹਦੀਆਂ ਲੱਤਾਂ ਘੁੱਟਣੀਆਂ, जिन्हें गद्दी ला के ते केवल अपनियां लत्तां गोडे घटाने ते चढ़ावे चढ़ने, चंगा खाना चंगा पाउणा, उहदे कोल डांगा कित्थों खादियां जाणियां सी। सरकार दा टाउट भी सी। जदों जकरिया खान ने इस नूं बुलाया ते इहदे दो डांगा मार लगा। इह तों पहला कि जकरिया खान इहदे डांग धरदा मोहरां ते इहने पहला ही हथ जोड़ लिया, कहंदा खान साहब ना मारिओ, मैं दसदा मसे रंगड़ नूं मारिया किने। इहने आखिया दस। कहंदा दो बंदे आए, एक मीरा कोट का महताब सिंह भंगू, दूजा उहदे नाल सहाई सी जिन्हें ओदी सहायता की, सहायक सी कंबो की माड़ी दा तरखान सुखा सिंह। ये दोवें आए, चौधरी मसे नूं मार के ओदा सिर लैके पता नहीं किधर हवा हो गए। जदों ये गल सुनी उन्हें आख्या सच कहना, कहना बिल्कुल सच है। उन्हें आख्या ठीक है। सूबेदार जकरिया खान ने आख्या हुणे महताब सिंह नूं ਉਹਦੇ ਪਿੰਡ ਤੋਂ ਫੜ ਕੇ ਪੇਸ਼ ਕੀਤਾ ਜਾਵੇ, ਮੈਂ ਉਹਦੇ ਡਕਰੇ ਡਕਰੇ ਕਰਕੇ ਉਹਦੇ ਖੂਨ ਦੇ ਵਿੱਚ ਮਸੇ ਦੀ ਬੇਗਮ ਨੂੰ ਕਾਸਾ ਭਰ ਕੇ ਦੇਵਾਂ, ਉਹਦੇ ਕਾਲਜੇ ਨੂੰ ਠੰਡ ਪੈ ਸਕੇ। ਇਹ ਸੁਣ ਕੇ ਹਰਭਗਤ ਨਿਰੰਜਨੀਆ ਖਿੜਖੜਾ ਕੇ ਹੱਸ ਪਿਆ। ਉਹਨੇ ਆਖਿਆ ਤੈਨੂੰ ਕੀ ਹੋਇਆ? ਕਹਿੰਦਾ ਮੈਂ ਤੁਹਾਡੀ ਭੋਲੇਪਨ ਤੇ ਹੱਸਿਆ। ਸੂਬੇਦਾਰ ਸਾਹਿਬ ਤੁਸੀਂ ਕਹਿੰਦੇ ਹੋ ਮਹਿਤਾਬ ਸਿੰਘ ਨੂੰ ਮੀਰਾਂਕੋਟ ਤੋਂ ਫੜ ਲਿਆਓ, ਏਡਾ ਵੱਡਾ ਕਾਰਾ ਕਰਕੇ ਗਿਆ ਹੋਵੇ ਤੇ ਉਹ ਕਿਤੇ ਮੀਰਾਂਕੋਟ 'ਚ ਬੈਠਾ ਹੈ। ਉਹਨੇ ਆਖਿਆ ਫੇਰ? ਕਹਿੰਦਾ ਉਹ ਤੇ ਨਿਕਲ ਗਿਆ ਬੀਕਾਨੇਰ ਨੂੰ, ਪਤਾ ਨਹੀਂ ਕਿੱਧਰ ਨੂੰ ਚਲਿਆ ਗਿਆ ਹੋਵੇਗਾ। ਉਹਨੇ ਆਖਿਆ ਫੇਰ? ਕਹਿੰਦਾ ਮਹਿਤਾਬ ਸਿੰਘ ਹੀ ਗਿਆ ਹੈ, ਉਹਦਾ ਪੁੱਤਰ ਤੇ ਘਰ ਹੀ ਹੈ, ਉਹਦਾ ਪਰਿਵਾਰ ਤੇ ਨਗਰ 'ਚ ਹੀ ਹੈ ਨਾ। ਅਸਲ ਵਿੱਚ ਇਹ ਚਾਹੁੰਦਾ ਕੀ ਸੀ? ਸਰਦਾਰ ਮਹਿਤਾਬ ਸਿੰਘ ਦਾ ਮਿੱਤਰ ਹੈ ਚੌਧਰੀ ਨੱਥਾ ਖਹਿਰਾ, ਮੀਰਾਂਕੋਟ ਦਾ ਰਹਿਣ ਵਾਲਾ, ਬੜਾ ਨੇਕ ਦਿਲ ਇਨਸਾਨ ਹੈ, ਸਰਕਾਰ ਦੇ ਨਾਲ ਵਫਾਦਾਰ ਤੇ ਹੈ ਹੀ, पर यह किसी दे नाल माड़ा नहीं करता, किसी दे नाल धक्का नहीं करता है। यह हरभगत निरंजनीया दी अखां विच बड़ा रड़कदा है। ते यह चौधरी नत्था खैरा जिहड़ा सी, यह महताब सिंह दा मित्र सी, पग वट भरा सी। हुण इहदा इरादा सी, कहंदा एक तीर नाल दो शिकार करने आ। इहने आखिया जनाब मेरी सुनो गल, जे महताब सिंह मीरांकोट अंदर नहीं, उहदा परिवार मीरांकोट दे विच है। उन्हें आख्या उन्होंने की कहांगे? कहना कहना की है, उहदा एक 7-8 साल का पुत्र है, उन्होंने लियाओ फड़ के बसे दी बेगम दे सामने उहदे करो डकरे। जदों उहदे डकरे हुंदे वेखेगी, मैनू यकीन है मसे चौधरी दी बेगम दे कालजे जरूर ठंड पवेगी। उन्हें आख्या यह भी गल ठीक है। उस वेले फौजदार नूरदीन नूं बुलाया गया है। उन्हें आख्या नूरदीन जा ऐसे वक्त जिन्नी फौज चाहिए चाड़ के लै जा, मीरांकोट नूं घेरा पा के महताब सिंह दे पुत्र नूं फड़ के मेरे सामने पेश कर। जिस कदर फौजदार नूरदीन नूं जकरिया खान हदायत करके मीरांकोट ते चाड़ के तुरन वास्ते हदायत कर रहा है, उस वेले दा नक्शा ढाडी जथा आप जी दी सेवा विच है।
ਕੇ ਨੂਰ ਦੀਨ ਨੂੰ ਓ ਸੇਵਕ ਤੇ ਬੁਲਾ ਕੇ ਨੂਰ ਦੀਨ ਨੂੰ ਓ ਸੇਵਕ ਤੇ ਬੁਲਾ ਕੇ ਨੂਰ ਦੀਨ ਨੂੰ सूबे अखिया जरा धमका सूबे अखिया जरा धमका सूबे अखिया जरा धमकाइए सूबे अखिया जरा धमका सूबे अखिया जरा धमका हुणे बदला मसेदा लैण नूं हुणे बदला मसेदा लैण नूं ਹੁਣ ਬਦਲਾ ਮਸੇਦਾ ਲੈਣ ਨੂੰ ਹੁਣ ਬਦਲਾ ਮਸੇਦਾ ਲੈਣ ਨੂੰ हो ले जा फौज मीरा कोट ते चढ़ा ले जा फौज मीरा कोट ते चढ़ा पिंड विच जे मताब सिंह नाम ले ते बाल बच्चा योदा बन के लिया सारा माल असबाब योदा लुट के घर साड़ी दे खाक उड़ा ओ जी मैं रोण मसेदियां बेगमां जी मैं रोण मसेदियां बेगमां ओ जी मैं रोण मसेदियां बेगमां ਜਿਵੇਂ ਰੋਣ ਮਸੇਦੀਆਂ ਬੇਗਮਾਂ ਜਿਵੇਂ ਰੋਣ ਮਸੇਦੀਆਂ ਬੇਗਮਾਂ ਜਿਵੇਂ ਉਹਦੇ ਘਰ ਵੈਣ ਪਵਾ ਜਿਵੇਂ ਉਹਦੇ ਘਰ ਵੈਣ ਪਵਾ ਓਏ ਮੈਂ ਉਹਦੇ ਕਰ ਵੈਣ ਪਵਾਈਏ ਇਵੇਂ ਉਹਦੇ ਕਰ ਵੈਣ ਪਵਾ ਇਵੇਂ ਉਹਦੇ ਕਰ ਵੈਣ ਪਵਾ ਉਹ ਚੁਣ ਚੁਣ ਪਰਵਾਹ ਚੁਣ ਚੁਣ ਪਰਵਾਰ ਉਹਦਾ ਮਾਰਨਾ ਤੇ ਦੇਣਾ ਦੂਜਿਆਂ ਨੂੰ ਸਬਕ ਸਿਖਾ ਇੱਕ ਬਦਲੇ ਹਜ਼ਾਰ ਜੀਨਾ ਮਾਰੀਏ ਹੋ ਇੱਕ ਬਦਲੇ ਹਜ਼ਾਰ ਜੀਣਾ ਮਾਰੀਏ ਤੇ ਦੇਵੇ ਦੋਜਕੀ ਵੀ ਢੋਈ ਨਾ ਖੁਦਾ
अल्लाह पाक ने जंगा मौके आए दिता अल्लाह पाक ने लावो उम्मत रसूल दी वदा ओ लावो उम्मत रसूल दी वदा लावो उम्मत रसूल दी वदा रवो उम्मत रसूल दी वदा लावो उम्मत रसूल दी वदा लावो उम्मत रसूल दी वदा ਨੂਰਦੀਨ ਨੇ ਹੁਕਮ ਪਾ ਕੇ ਮਹਿਤਾਬ ਸਿੰਘ ਨੂੰ ਫੜਨ ਵਾਸਤੇ ਮਹਿਤਾਬ ਸਿੰਘ ਦੇ ਪੁੱਤਰ ਤੇ ਪਰਿਵਾਰ ਨੂੰ ਫੜਨ ਵਾਸਤੇ ਮੀਰਾਕੋਟ ਨੂੰ ਧਾਵਾ ਬੋਲ ਦਿੱਤਾ ਰਸਤੇ ਦੀ ਮੰਜ਼ਿਲ ਨੂੰ ਤੈਅ ਕਰਦਾ ਹੋਇਆ ਪਹੁੰਚ ਗਏ ਨਗਰ ਮੀਰਾਕੋਟ ਦੇ ਵਿੱਚ ਮੀਰਾਕੋਟ ਨੂੰ ਚੁਫੇਰੇ ਤੋਂ ਘੇਰਾ ਪਾ ਲਿਆ ਆਪ ਨੂਰਦੀਨ ਮੱਸੇ ਦੇ ਭਰਾ ਮੰਡਿਆਲੇ ਦੇ ਰੰਗੜ ਅਤੇ ਹਰ ਭਗਤ ਨਰੰਜਨੀਆ ਪਿੰਡ ਦੀ ਸੱਥ ਵਿੱਚ ਆਣ ਖਲੋਤੇ ਨੇ ਪਿੰਡ ਦੇ ਚੌਕੀਦਾਰ ਨੂੰ ਸੁਨੇਹਾ ਭਜਵਾਇਆ ਸੁਨੇਹਾ ਪਾ ਕੇ ਚੌਕੀਦਾਰ ਸੱਥ ਵਿੱਚ ਪਹੁੰਚਾ ਉਹਨੇ ਵੇਖਿਆ ਫੌਜਦਾਰ ਨੂਰਦੀਨ ਨੂੰ ਆਇਆ ਹੋਇਆ ਫੌਜ ਸਮੇਤ ਪਿੰਡ ਨੂੰ ਘੇਰਾ ਪਿਆ ਹੋਇਆ ਠੀਕ ਉਸੇ ਤਰ੍ਹਾਂ ਦਾ ਜਿਹੜੇ ਘੇਰੇ ਕਦੇ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੀ ਨਗਰਾਂ ਨੂੰ ਪਏ ਹੋਏ ਵੇਖੇ ਹੋਣਗੇ ਚੌਕੀਦਾਰ ਨੇ ਆ ਕੇ ਦੁਆ ਸਲਾਮ ਕੀਤੀ ਹੈ ਆਉਣ ਦਾ ਕਾਰਨ ਪੁੱਛਿਆ ਉਹਨਾਂ ਦੇ ਬੈਠਣ ਵਾਸਤੇ ਇੰਤਜ਼ਾਮ ਕੀਤਾ ਹੈ ਚੌਕੀਦਾਰ ਨੂੰ ਫੌਜਦਾਰ ਨੂਰਦੀਨ ਕਹਿਣ ਲੱਗਾ ਉਹ ਚੌਕੀਦਾਰਾ ਜਾ ਐਸੇ ਵਕਤ ਜਾ ਤੇ ਮਹਿਤਾਬ ਸਿੰਘ ਦੇ ਪੁੱਤਰ ਨੂੰ ਸਾਡੇ ਸਾਹਮਣੇ ਲੈ ਕੇ ਆ ਚੌਕੀਦਾਰ ਨੇ ਬਿਨਾਂ ਕੋਈ ਸਵਾਲ ਕੀਤਿਆ ਤੁਰ ਲੱਗਾ ਤੇ ਹਰਭਗਤ ਨਰੰਜਨੀਆ ਨੇ ਆਵਾਜ਼ ਮਾਰ ਲਈ ਕਹਿੰਦਾ ਉਹ ਚੌਕੀਦਾਰਾ ਇੱਧਰ ਆ ਬਿਲਕੁਲ ਨਹੀਂ ਜਾਣਾ ਹੈ ਨੂਰਦੀਨ ਫੌਜਦਾਰ ਨੇ ਤਿਉੜੀ ਪਾ ਕੇ ਹਰਭਗਤ ਨਰੰਜਨੀਆ ਵੱਲ ਵੇਖਿਆ ਉਹਨੇ ਆਖਿਆ ਓਏ ਤੂੰ ਇਹਨੂੰ ਰੋਕਿਆ ਕਿਉਂ ਰੋਕਿਆ ਕਹਿੰਦਾ ਤੁਸੀਂ ਭੋਲੀਆਂ ਗੱਲਾਂ ਕਰਦੇ ਹੋ ਹਰਭਗਤ ਨਰੰਜਨੀਆ ਕਹਿਣ ਲੱਗਾ ਕਹਿੰਦਾ ਭੋਲੀਆਂ ਗੱਲਾਂ ਕਰਦੇ ਹੋ ਉਹ ਚੌਕੀਦਾਰ ਮਹਿਤਾਬ ਸਿੰਘ ਦੇ ਪੁੱਤਰ ਨੂੰ ਕਿਉਂ ਸੱਦ ਕੇ ਲਿਆਵੇ ਭਲਾ ਉਹਨੇ ਆਖਿਆ ਫੇਰ ਕਹਿੰਦਾ ਇਹਨੂੰ ਕਹੋ ਕਿ ਜਾ ਕੇ ਨੰਬਰਦਾਰ ਜਾ ਕੇ ਚੌਧਰੀ ਨੱਥੇ ਖਹਿਰੇ ਨੂੰ ਬੁਲਾ ਕੇ ਲਿਆਵੇ ਉਹਨੇ ਆਖਿਆ ਕਿਉਂ ਕਹਿੰਦਾ ਉਹ ਉਹਦਾ ਪੱਗ ਵੱਟ ਭਰਾ ਏ ਉਹ ਲੈ ਕੇ ਆਵੇਗਾ ਮਹਿਤਾਬ ਸਿੰਘ ਦੇ ਪੁੱਤਰ ਨੂੰ ਉਹਨੇ ਆਖਿਆ ਗੱਲ ਤੇ ਠੀਕ ਹੈ ਅਸਲ ਵਿੱਚ ਇੱਥੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਲਿਆ ਹਰਭਗਤ ਨਰੰਜਨੀਆ ਉਹ ਚਾਹੁੰਦਾ ਹੈ ਜੇ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਲੈ ਆਉਂਦਾ ਏ ਚੌਧਰੀ ਨੱਥਾ ਖਹਿਰਾ ਤੇ ਉਹਨੂੰ ਮਹਿਤਾਬ ਸਿੰਘ ਨੇ ਮਾਰ ਦੇਣਾ ਜੋ ਲਿਆਉਣ ਤੋਂ ਇਨਕਾਰ ਕਰਦਾ ਹੈ ਤੇ ਉਹਨੂੰ ਫੌਜਦਾਰ ਨੂਰਦੀਨ ਨੇ ਮਾਰ ਦੇਣਾ ਮੇਰੇ ਰਾਹ ਦਾ ਰੋੜਾ ਹਰ ਹਾਲਤ ਵਿੱਚ ਰਸਤੇ ਚੋਂ ਹਟ ਸਕਦਾ ਹੈ ਘਟਿਆ ਲੋਕ ਇਹੋ ਜੀਆਂ ਚਾਲਾਂ ਚੱਲ ਜਾਇਆ ਕਰਦੇ ਨੇ ਉਹਨੇ ਆਖਿਆ ਜੇ ਇਦਾਂ ਤੇ ਫਿਰ ਇਦਾਂ ਹੀ ਠੀਕ ਹੈ ਉਹ ਚੌਕੀਦਾਰਾ ਲਿਆ ਬੁਲਾ ਕੇ ਚੌਧਰੀ ਨੱਥੇ ਖਹਿਰੇ ਨੂੰ ਚੌਕੀਦਾਰ ਗਿਆ ਹੈ ਨੱਥੇ ਖਹਿਰੇ ਦੇ ਘਰ ਪਹੁੰਚਾ ਉਸ ਵਕਤ ਨੱਥਾ ਖਹਿਰਾ ਉਹ ਦਸਤਾਰ ਸਜਾ ਰਿਹਾ ਸੀ ਜਿਹੜੀ ਦਸਤਾਰ ਸਰਦਾਰ ਮਹਿਤਾਬ ਸਿੰਘ ਦੇ ਨਾਲ ਵਟਾਈ ਹੋਈ ਸੀ ਜਿਹੜੀ ਪੱਗ ਵਟਾਈ ਹੋਈ ਸੀ ਹੁਣ ਮੈਂ ਆਪ ਜੀ ਨੂੰ ਆਰੰਭਤਾ ਦੇ ਵਿੱਚ ਇਹੀ ਦੱਸਿਆ ਸੀ ਕਿ ਮੈਂ ਆਪ ਜੀ ਦੇ ਨਾਲ ਪੱਗ ਦਾ ਮੁੱਲ ਕਿਵੇਂ ਅਦਾ ਕੀਤਾ ਜਾ ਸਕਦਾ ਹੈ ਪੱਗ ਕੇਵਲ ਕੁਝ ਮੀਟਰ ਕੱਪੜਾ ਨਹੀਂ ਜਿਹੜਾ ਅਸੀਂ 50-60 ਰੁਪਏ ਮੀਟਰ ਦੇ ਨਾਲ ਲੈ ਆਉਨੇ ਆ ਕੇਵਲ ਇੰਨਾ ਮੁੱਲ ਇਸ ਦਾ ਨਹੀਂ ਪੱਗ ਦਾ ਮੁੱਲ ਅਦਾ ਕਿਵੇਂ ਕੀਤਾ ਜਾ ਸਕਦਾ ਹੈ ਕੇਵਲ ਮੈਂ ਇਹੀ ਆਪ ਜੀ ਦੇ ਨਾਲ ਵਿਚਾਰ ਕਰਨ ਰਿਹਾ ਚੌਕੀਦਾਰ ਨੇ ਜਾ ਕੇ ਚੌਧਰੀ ਨੱਥੇ ਨੂੰ ਸੁਨੇਹਾ ਦਿੱਤਾ ਹੈ ਕਹਿੰਦਾ ਪਿੰਡ ਨੂੰ ਘੇਰਾ ਪਿਆ ਹੋਇਆ ਹੈ ਤੈਨੂੰ ਫੌਜਦਾਰ ਚੌਕੀਦਾਰ ਸਾਹਿਬ ਚੌਧਰੀ ਸਾਹਿਬ ਤੁਹਾਨੂੰ ਫੌਜਦਾਰ ਨੂਰਦੀਨ ਨੇ ਸਾਥ ਵਿੱਚ ਬੁਲਾਇਆ ਉਹਨੇ ਆਖਿਆ ਮੈਂ ਹੁਣੇ ਆਉਣਾ ਜਾ ਕੇ ਕਹਤੇ ਮੈਂ ਆ ਰਿਹਾ ਦਸਤਾਰ ਸਜਾਈ ਹੈ
चौकीदार दे मगरे मगर चौधरी नत्था खैरा चले गए, जाके फर्जी तौर ते उसनों मिले ते आउण दा कारण पुछदा है। अगो फौजदार नूरदीन कहन लगा, कहंदा ओए नथिया, ओ कारण तेनू ही पता है ते तू मैनू पुछदा है? तेनू पता है अज मैं नगर दे तेरे नगर विच आया क्यों है? भावें थोड़ी बहुत सुझदी सी नथे खैरे नूं, पर उन्हें आख्या जनाब मैनू नहीं पता तुसी क्यों आए। कहंदा फिर मैं दसदा जा, ऐसे वक्त अपने यार दे पुत्र नूं लैके आ। उन्हें आख्या की कहना है? कहंदा तेनू पता है चौधरी मसा मारिया गया है? कहंदा जी उड़दी उड़दी खबर सुनी है। कहंदा उड़दी उड़दी नहीं, तेनू यह भी पता है मारिया किने? उन्हां मारिया जिन्हां दे नाल तू पग्गां वटाउंदा फिर रहा है। सरकारी बंदा हो के ते सरकार दे बागियां दे नाल पग्गां वटाउंदा है। ओ नथिया तेनू मौत भुल गई? नथे ने इस गल दा कोई जवाब नहीं दिता। हुण पैतड़ा बदलिया नूरदीन ने। उन्हें आख्या फिर की होया, बंदे को गलतियां हो जाया करदियां, पर गलती नूं सुधारन दा मौका तेनू मैं देना है। ऐसे वक्त महताब सिंह दे पुत्र नूं लैके इत्थे पहुंच जा। उन्हें आख्या तुसी कहना की है उस मासूम नूं? कहंदा कहना की है, मैं फड़ के लैके जावांगा लाहौर। लाहौर जाके मसे दी बेगम दियां अखां दे सामने ओदे करांगे डकरे। जदों ओदे वहिंदा होया खून मसे दी बेगम दियां अखां दे सामने वगेगा, ओदे कालजे नूं ठंड पावेगा। पैरां थल्लेओ जमीन निकल गई चौधरी नथे खैरे दे। उन्हें आख्या जनाब मैं 3 पीढ़ियां तो हुकूमत की सेवा करता आ रहा, कदे कुछ नहीं मंगया, अज मैं एक चीज मंगनी चाहना है। उन्हें आख्या दस। कहंदा कदे मौका आवे महताब सिंह अपने नगर विच आवे, मैं आप फड़ के लैके तुहाडे पेश करांगा, पर मैं केवल एक चीज मंगदा है, उसदे पुत्र मासूम है, उहदा कसूर कोई नहीं, उहनूं कुछ ना कहा जावे। जदों वास्ता पाया नूरदीन ने जिहड़ा फरमान लैके आया सी, परवाना लैके आया सी, कढ के नथे दे हत्थ विच फड़ा के कहंदा मेरा कसूर कोई नहीं, मैं हुक्म दा बजा होया है नथिया। हुण इत्थे ना तू कुछ कर सकदा है ना मैं कुछ कर सकदा है, ज़करिया खान दा हुक्म है, सानू मनना पैना है। जे तू अपनी नंबरदारी बचाउणी है, जे तू अपना आप बचाउणा है, ते फिर महताब सिंह दे पुत्र नूं लै आ, नहीं ते तू भी नहीं रहना ते तेरी लंबड़दारी भी नहीं रहनी। मजबूर हो गया चौधरी नथा। 7 वचन कह के तुर ते पियाए, होर कोई चारा कोई नहीं सी इहदे कोल। तुरिया जांदा इउं तुरिया जिवें इहदियां लत्तां भार ना सहिंदियां होण। जदों ते बंदा बहुत खुश होवे साध संगत, उदों ते भावें बीमार भी होवे ते ओह नचदा होया जांदा है, बीमार लगदा ही नहीं। पर जदों अंदर कोई दुख होवे, अंदर कोई दर्द होवे, ते ओहदे पैर भी इस तरह लगदे ने जिवें जमीन दे नाल जुड़ जुड़ जाते होण, ओहदा कदम भी पुटना औखा हो जाया करदा है। यही हाल नथे दा होया सी। ओहनूं याद आ गया ओह वेला जदों विसाखी दे दिहाड़े दे उत्ते सचखंड श्री हरमंदर साहिब दे सरोवर दे विच इशनान करते हुए सरदार महताब सिंह नूं बाहर आउंदियां होइयां वेख के नथे खैरे ने आख्या सी, महताब सिंघा मेरा दिल करदा है आ जिहड़ी तेरी दस्तार है ये मैं अपने सिर ते सजा ला ते मेरी दस्तार तू सजा ले, एक वधिया ते बड़ा प्यारा जिहा रिश्ता अपने च बन जावे, असीं पग वट भरा बन जाइए। महताब सिंह ने आख्या सी नथिया एतराज मैनू कोई नहीं, पर याद रख मित्रा ये केवल पग नहीं, ये गुरु कलगीधर महाराज जी का बख्शिश किया होया ताज है। यदि मान मर्यादा नूं उच्चा रखना ਉਹਦੇ वास्ते कुर्बान भी हो जाना पैंदा है। ये गल सुनी ते नथे ने आख्या सी महताब सिंघा जे तू ये गल कहना है ते मैं अपनी वटाई हुई पग दा रंग कदे फिक्का नहीं पैण देवांगा, मैं अपनी वटाई हुई पग जिहड़ी तेरी दस्तार मेरे सिर ते सजी होवेगी इहनूं कदे झुकण नहीं देवांगा, आपां ते कुर्बान कर देवांगा, पर अपनी यारी नूं कदे दागदार नहीं होण देवांगा। ये पग दा मुੱਲ जिन्हां ने जाणिया। महाराणा प्रताप बादशाह अकबर तो हार के जदों निकलिया एक गरीब घर दे विच जाके इन्हें पनाह लई, गरीब बस्ती विच रह रहा सी। इधर बादशाह ने ऐलान किया जिहड़ा प्रताप नूं फड़ावेगा, महाराणा प्रताप नूं फड़ावेगा मुंह मंगिया इनाम मिलेगा। एक दिन एक मीर ज्यादा उस बस्ती दे कोलों दी लंघ रहा सी, उन्हें महाराणा प्रताप नूं पहचान लिया। जदों पछाणिया ਉਹਦੇ ਕੋਲ ਜਾ ਕੇ बड़े अदब ਦੇ ਨਾਲ ਝੁੱਕੇ उसनों दुआ सलाम ਕੀਤੀ ਹੈ, ਝੁੱਕ ਕੇ उसनों मिलिया जिवें एक शहनशाह ਦੀ शान ਦੇ बराबर उसनों मिलिया ਜਾਂਦਾ है।
महाराणा प्रताप पहला तो बड़ा खुश होया ते फिर निराश हो गया। मीरजादे ने पूछया, कहंदा महाराणा जी तुसी पहला बड़े खुश होए ते फिर निराश हो गए। उन्हें आख्या असल विच तू इस तरह अदब दे नाल झुक के मैनू मेरी बादशाहत दे दिन याद करवा दिते, पर अफसोस मैनू इस गल दा है कदे मैं हुंदा राज महल दे अंदर, कदे मेरे कोल हुंदा राज भाग, ते जिवें तू आण के मैनू झुक के मिलिया मेरा सत्कार कीता है, मैं तेरी झोली दे विच झोली हीरियां दे नाल जवाहरातां नाल भर देनी सी। अफसोस कि हुण मेरे कोल है कुछ नहीं। उन्हें आखा कोई गल नहीं, फिर कदे दिन चंगे आउणगे फिर लै लांगे। कहंदा नहीं, एक चीज मेरे कोल है पर कीमती बड़ी है, ओदी कीमत अदा बड़ी औखी कीती जांदी है। उन्हें आखा मेरे कोल है नहीं कुछ भी, पर मैं तेनू एक बड़ी कीमती चीज देन लगा है, वो है जिहड़ी अज तक बड़िया बड़िया ताकत है पर किसी भी ताकत दे अगे झुकी नहीं। इन्हें अपनी बजी हुई पग उस मीरजादे दे सिर ते टिका दी ते आख्या, मीरजादिया वेखी तू थां थां ते झुकण वाला है, हर एक नूं झुक के मिलण वाला है, वेखी जदों मेरी पग तेरे सिर ते होवे कदे किसी दे सामने तेरा सिर ना झुके। इन्हें आख्या इदां ही होवेगा, इस पग की शान नूं मैं बहाल रखांगा। यह कह के घरों आ गया। जदों घर आया है आउंदे ते इहदा मन बेईमान हो गया। घरवाली नूं कहण लगा, भागवाने आ वेखिया की है? कहंदी पग है पर है बड़ी सोहनी, किसी शहनशाह दी लगदी है। उन्हें आख्या बिल्कुल ये महाराणा प्रताप दी पग है। उन्हें आख्या तू मिलिया उसनूं? कहंदा हाँ बिल्कुल। कहंदी फिर छेती जा बादशाह दे दरबार विच जाके बादशाह नूं इतला दे, मुंह मंगिया इनाम होवेगा मिलेगा, साडी गरीबी दूर हो जाएगी। कहंदा गल ते तेरी ठीक है। उसे वेले तुरिया बादशाह दे दरबार विच गया है, अजे दरबार दे बाहर ही सी, पहुंच गया है सामने, पर इहदे मन में आख्या आ गया, ओए मीरजादिया रहिंदी दुनिया तक लाणतां खटेगा, ये ओ पग है तेरे सिर दे उत्ते जिहड़ी अजे तक किसी दे सामने झुकी नहीं, ते हुण जाके झुक के तैनूं सलाम करनी पैनी है, लाणतां पैणीआं। पछाणों मुड़ चलिया। बादशाह ने वेख लिया, एहलकार नूं आवाज मार के मीरजादे नूं बुलाया। मीरजादे नूं बुला के जदों आख्या कि तू दरबार दे विच आके वापस क्यों मुड़ लगा? मीरजादा सामने ते गया। जदों सामने गया है इन्हें आख्या हुण सलाम ते करनी पैनी है, हुण करां ते करां की? अब पग भी वादा कीता है कि झुकनी नहीं चाहिए ते सलाम भी करनी। इन्हें दोहां हत्थां दे नाल अपनी पग नूं इस तरह फड़िया है ते सिर चढ़ा के सलाम कर दिता है, फिर पग सिर ते रख लई। बादशाह हस पिया। उन्हें आख्या ओए मीरजादिया आ सलाम कहण दा नवां तरीका कित्थों सिख आया है? कहंदा लोड़ काढ़ दी मां होया करदी। कहंदा ओ तेरी लोड़ की सी? कहंदा मेरी नहीं, पर जिहदी पग है उहदे नाल मैं वादा कीता सी, ये पग नूं कदे झुकण नहीं देवांगा। मैं अपना सिर ते बादशाह तेरे अगे झुका दिता है, पर उहदी पग नूं झुकण नहीं दिता। उन्हें आख्या पग किहदी है? कहंदा ए महाराणा प्रताप दी पग है, जिन्हों तू झुकाउण वास्ते जोर ला लिया पर तेरे अगे झुकी नहीं। उन्हें आख्या तू वेखिया तू मिलिया? कहंदा बिल्कुल। कहंदा मैनू दस तेनू मुंह मंगिया इनाम दिता जाएगा? कहंदा नहीं बादशाह हुण नहीं, हुण ते भावें तू पुठियां करके मेरी खल उधेड़ दे, पर मैं कदे भी नहीं दसांगा कि महाराणा प्रताप कित्थे है, क्योंकि हुण मैनू पग दा मुल पता लग गया। जिन्होंने पग दा मुल पता लगता है, इहदी शान नूं रखण वास्ते कुर्बान ते हो जांदे ने, पर इहदी शान नूं कदे दागदार नहीं हो करन दिंदे। अफसोस है कि अज अपने ही अपनियां दीयां पगां उतारन वास्ते कदे गुरेज नहीं करदे, कदे उन्हां दे हत्थ नहीं कंबदे, अपने अपनियां दीयां पगां उतारन तो कदे पिछे नहीं हटदे कि मेरा दाता कदे साडी कौम नूं सुमत बख्शिश करे। चौधरी नत्था खैरा तुरिया ते आउंदा है, मन विच सोचदा है गुरु रामदास पातशाह तेरे दरबार दे अंदर मैं पग वटा के अपने मित्र दा पग वट भरा बनिया सी, वेखी किते मेरे कोल इहो जिहा पाप ना होवे, मैं सारी जिंदगी तुरदा रवां कदे महताब सिंह दा घर ना आवे। इहो जिहियां सोचां सोचदा होया पता ही नहीं लगा कदों महताब सिंह दे घर दा दरवाजा लंघ गया। जदों अंदर आउंदा वेखिया सरदार महताब सिंह दी सरदारनी ने आख्या भाई जी आओ, जी आया नूं बड़े चिरां बाद कदे दर्शन दिते ने। इन्हां नूं 7 कुछ साल दा राय सिंह महताब सिंह दा पुत्र भज के आके चौधरी नत्थे खैरे दियां लत्तां नूं जफी पा लई ते कहण लगा ताया कदे आया ही नहीं साडे घर वाल, बड़े चिर बाद आया है। इन्हें चुक के अपनी गोद विच लिया, मत्था चुमिया, मासूम चेहरे वाले वेखिया है, ओ लट लट करदा
ਗੋਰਾ ਸ਼ੋਰ ਰੰਗ, ਉਹ ਮਾਸੂਮ ਚਿਹਰਾ, ਨਥੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਕਹਿੰਦਾ ਓਏ ਮਣਾ, ਆ ਮਾਸੂਮ ਕੋਮਲ ਜੇ ਫੁੱਲ ਨੂੰ ਮੈਂ ਉਹਨਾਂ ਜ਼ਾਲਮਾਂ ਦੇ ਹੱਥ ਦੇ ਦੇਵਾਂ ਜਿਨ੍ਹਾਂ ਨੇ ਇਹਨਾਂ ਨੂੰ ਪੈਰਾਂ ਵਿੱਚ ਮਸਲ ਕੇ ਰੱਖ ਦੇਣਾ। ਓਏ ਨਥਿਆ, ਰਹਿੰਦੀ ਦੁਨੀਆ ਤੱਕ ਤੈਨੂੰ ਲਾਹਣਤਾਂ ਪੈਣੀਆਂ ਏ। ਨਥੇ ਨੇ ਆਖਿਆ ਆਪ ਮਹਿਤਾਬ ਸਿੰਘ ਦੀ ਘਰਵਾਲੀ ਨੂੰ, ਸਿੰਘਣੀ ਨੂੰ ਆਖਿਆ, ਕਹਿਣ ਲੱਗਾ ਭਰਜਾਈ ਜੀ ਮੈਂ ਰਾਏ ਸਿੰਘ ਨੂੰ ਆਪਣੇ ਘਰ ਲੈ ਜਾਵਾਂ। ਸਰਦਾਰ ਮਹਿਤਾਬ ਸਿੰਘ ਦੀ ਸਿੰਘਣੀ ਨੇ ਆਖਿਆ ਭਾਈ ਜੀ ਇਹ ਤੁਹਾਡਾ ਵੀ ਪੁੱਤਰ ਹੈ, ਇਹ ਤੇ ਤੁਹਾਡਾ ਵੀ ਅਧਿਕਾਰ ਹੈ, ਇਹ ਚ ਪੁੱਛਣ ਵਾਲੀ ਕਿਹੜੀ ਗੱਲ ਹੈ। ਆਪਣੀ ਗੋਦ ਵਿੱਚ ਲੈ ਕੇ ਚੁੱਕ ਕੇ ਕਧਾੜੇ ਲੈ ਕੇ ਰਾਏ ਸਿੰਘ ਨੂੰ ਤੁਰਿਆ ਜਾ ਰਿਹਾ ਹੈ। ਤੁਰਿਆ ਜਾਂਦੇ ਨਥੇ ਖਹਿਰੇ ਦੇ ਮਨ ਵਿੱਚ ਜੋ ਵਿਚਾਰਾਂ ਚੱਲ ਰਹੀਆਂ, ਆਪਣੇ ਘਰ ਨੂੰ ਤੁਰਿਆ ਤੇ ਜਾ ਰਿਹਾ ਹੈ, ਪਰ ਇਹਦੇ ਦਿਮਾਗ ਦੇ ਅੰਦਰ ਜੋ ਕੁਝ ਸੋਚਾਂ ਚੱਲ ਰਹੀਆਂ, ਜੋ ਵਿਚਾਰਾਂ ਚੱਲ ਰਹੀਆਂ, ਉਹਨਾਂ ਨੂੰ ਕਲਮ ਬੰਦ ਕਰਕੇ ਸ਼ਾਇਰ ਨੇ ਜੋ ਕੁਝ ਲਿਖਿਆ ਹੈ ਢਾਡੀ ਜਥਾ ਆਪ ਜੀ ਦੀ ਖਿਦਮਤ ਵਿੱਚ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ ਹੋ, ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਖੋਇਆ ਹੋਇਆ ਨੱਥਾ ਚੌਧਰੀ ਆਪਣੇ ਘਰ ਵਿੱਚ ਪਹੁੰਚਿਆ। ਇਹਦਾ ਜਵਾਨ ਪੁੱਤਰ ਘਰ ਵਿੱਚ ਬੈਠਾ ਹੋਇਆ। ਰਾਏ ਸਿੰਘ ਸਮੇਤ ਆਪਣੇ ਪਿਤਾ ਨੂੰ ਘਰ ਦਾ ਦਰਵਾਜ਼ਾ ਲੰਘਦਿਆਂ ਵੇਖਿਆ। ਪਤਾ ਇਸ ਨੂੰ ਵੀ ਹੈ ਕਿ ਪਿੰਡ ਨੂੰ ਘੇਰਾ ਪਿਆ ਹੋਇਆ ਹੈ। ਉਸੇ ਵਕਤ ਆਪਣੇ ਪਿਤਾ ਵੱਲ ਤੱਕਦਾ ਹੈ ਤੇ ਕਹਿੰਦਾ ਹੈ, ਪਿਤਾ ਜੀ ਆ ਗਏ? ਉਹਨੇ ਆਖਿਆ, ਹਾਂ ਪੁੱਤਰਾ ਆ ਗਿਆ। ਕਹਿੰਦਾ, ਅੱਜ ਰਾਏ ਸਿੰਘ ਨੂੰ ਕਿਵੇਂ ਲੈ ਆਏ ਹੋ? ਕਹਿੰਦਾ, ਪੁੱਤਰਾ ਵੈਸੇ ਮਨ ਕੀਤਾ ਸੀ। ਕਹਿਣ ਲੱਗਾ, ਪਿਤਾ ਜੀ ਮਨ ਕੀਤਾ ਸੀ ਠੀਕ ਹੈ, ਕਿਤੇ ਮਨ ਡੋਲ ਤਾਂ ਨਹੀਂ ਗਿਆ? ਇਹ ਗੱਲ ਸੁਣੀ ਤੇ ਨੱਥੇ ਦੇ ਮੰਨ ਲਓ ਕਾਲਜੇ ਦੇ ਵਿੱਚ ਫਟ ਵਾਂਗ ਲੱਗੀ। ਉਹਨੇ ਆਖਿਆ, ਪੁੱਤਰਾ ਮੈਂ ਮਹਿਤਾਬ ਸਿੰਘ ਨੂੰ ਆਪਣਾ ਭਰਾ ਆਖਿਆ ਤੇ ਭਰਾ ਦਾ ਪੁੱਤਰ ਆਪਣਾ ਪੁੱਤਰ ਹੋਇਆ ਕਰਦਾ ਹੈ। ਮੈਂ ਜਿਉਂਦੇ ਜੀ ਮਰ ਤੇ ਜਾਵਾਂਗਾ, ਆਪਣੇ ਪੁੱਤਰ ਨੂੰ ਆਪਣੇ ਭਤੀਜੇ ਨੂੰ ਕਦੇ ਜ਼ਾਲਮਾਂ ਦੇ ਹੱਥ ਨਹੀਂ ਆਉਣ ਦੇਵਾਂਗਾ। ਮੈਂ ਆਪਣੇ ਸਾਹ ਚੱਲਦਿਆਂ ਤੱਕ ਇਹਦੇ ਨਾਲ ਇਹਦੀ ਰਾਖੀ ਵਾਸਤੇ ਮੈਦਾਨੇ ਜੰਗ ਅੰਦਰ ਡਟ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਵੀ ਤਿਆਰ ਹੋ ਜਾਵਾਂਗਾ, ਪਰ ਇਹਦੇ ਤੇ ਆਂਚ ਨਹੀਂ ਆਵਾਂਗਾ। ਮਰਨ ਤੋਂ ਬਾਅਦ ਜੋ ਹੋਵੇ ਉਹ ਪਰਮਾਤਮਾ ਜਾਣਦਾ ਹੈ। ਜਦੋਂ ਇਹ ਗੱਲ ਸੁਣੀ, ਚੌਧਰੀ ਨੱਥੇ ਖਹਿਰੇ ਦਾ ਪੁੱਤਰ ਕਹਿਣ ਲੱਗਾ, ਪਿਤਾ ਜੀ ਜੇ ਇਹ ਗੱਲ ਹੈ ਤੇ ਫਿਰ ਮੈਂ ਤੁਹਾਡੇ ਨਾਲ ਹਾਂ, ਮੈਂ ਵੀ ਤੁਹਾਡੇ ਨਾਲ। ਰਾਏ ਸਿੰਘ ਆਪਣੇ ਭਰਾ ਦੀ ਰਾਖੀ ਵਾਸਤੇ ਡਟ ਕੇ ਮੁਕਾਬਲਾ ਕਰਨ ਵਾਸਤੇ ਤਿਆਰ ਹੈ। ਦੋਵਾਂ ਪਿਓ ਪੁੱਤਾਂ ਨੇ ਸਲਾਹ ਬਣਾ ਲਈ। ਅੰਦਰ ਪਾਇਆ ਹੋਇਆ ਕਮਾਨ ਉਤਾਰੀ, ਇਹ ਤੀਰਾਂ ਵਾਲਾ ਪੱਥਾ ਉਤਾਰਿਆ। ਨੱਥੇ ਨੇ ਪਾਲਿਆ ਮੋਢੇ ਦੇ ਉੱਤੇ, ਇੱਕ ਮੋਢੇ ਤੇ ਤੀਰਾਂ ਦਾ ਪੱਥਾ ਹੈ, ਦੂਜੇ ਮੋਢੇ ਦੇ ਉੱਤੇ ਇਹਨੇ ਕਮਾਨ ਪਾਈ ਹੈ। ਇੱਕ ਸ਼ਮਸ਼ੀਰ ਦੀਵਾਰ ਦੇ ਉੱਤੇ ਲਟਕੀ ਸੀ, ਉਹ ਸ਼ਮਸ਼ੀਰ ਇਹਦੇ ਪੁੱਤਰ ਨੇ ਉਤਾਰੀ ਹੈ। ਉਹਨੂੰ ਪਾ ਕੇ ਗਾਤਰੇ ਦੇ ਵਿੱਚ ਜੰਗ ਦੀ ਤਿਆਰੀ ਕਰ ਰਹੇ ਨੇ। ਰਾਏ ਸਿੰਘ ਦੀ ਹਿਫਾਜ਼ਤ ਵਾਸਤੇ, ਰੱਖਿਆ ਵਾਸਤੇ, ਲੜਨ ਵਾਸਤੇ ਤਿਆਰੀ ਕਰ ਰਹੇ ਨੇ ਪਿਓ ਤੇ ਪੁੱਤਰ। ਸਾਧ ਸੰਗਤ ਜਦੋਂ ਪੁੱਤਰ ਪਿਓ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋ ਜਾਵੇ ਨਾ ਤੇ ਪਿਓ ਦਾ ਦੂਣਾ ਹੌਸਲਾ ਹੋ ਜਾਂਦਾ ਹੈ, ਪਿਤਾ ਦੂਣਾ ਚਾਉਣਾ ਹੋ ਜਾਇਆ ਕਰਦਾ ਹੈ ਕਿ ਅੱਜ ਮੇਰਾ ਪੁੱਤਰ ਮੇਰੇ ਨਾਲ ਮੋਢਾ ਜੋੜ ਕੇ ਖਲੋਤਾ ਹੈ। ਤੇ ਜੇ ਉਹੀ ਪੁੱਤਰ ਧੱਕਾ ਮਾਰ ਕੇ ਘਰੋਂ ਕੱਢਣ ਵਾਸਤੇ ਹੋਵੇ ਤੇ ਪਿਓ ਦਾ ਜਿਉਂਦੇ ਜੀ ਮਰਨ ਹੋ ਜਾਇਆ ਕਰਦਾ ਹੈ। ਫਿਰ ਪਿਤਾ ਇਹੀ ਸੋਚਦਾ ਹੈ ਕਿ ਉਹ ਕਿਹੜਾ ਇਹੋ ਜਿਹਾ ਕੁਲੈਣਾ ਦਿਨ ਸੀ ਜਿਸ ਦਿਨ ਇਹ ਮੇਰੇ ਘਰ ਵਿੱਚ ਪੈਦਾ ਹੋਇਆ ਸੀ। ਅੱਜ ਨੱਥਾ ਦੂਣਾ ਚਾਉਣਾ ਹੋ ਗਿਆ ਕਿਉਂਕਿ ਉਹਦਾ ਜਵਾਨ ਪੁੱਤਰ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਜਦੋਂ ਤੁਰ ਲੱਗੇ ਇਹਨਾਂ ਦੇ ਘਰ ਜਿਹੜਾ ਸੀਰੀ ਸੀ ਉਹਨੇ ਆਵਾਜ਼ ਮਾਰੀ। ਉਹਨੇ ਆਖਿਆ, ਉਹ ਸਰਦਾਰਾ ਕਿੱਥੇ ਚੱਲੇ ਹੋ? ਮੈਨੂੰ ਇਦਾਂ ਹੀ ਛੱਡ ਕੇ ਤੁਰ ਲੱਗੇ ਹੋ? ਸੁਣ ਸਾਰਾ ਕੁਝ ਲਿਆ ਸੀ। ਕਹਿੰਦਾ, ਮੈਂ ਸਾਰੀ ਉਮਰ ਤੁਹਾਡੇ ਪੱਠੇ ਪਾਉਂਦੇ ਰਹਿ ਜਾਣਾ ਹੈ, ਕਿਸੇ ਨੇ ਮੇਰਾ ਜ਼ਿਕਰ ਤੱਕ ਨਹੀਂ ਕਰਨਾ ਹੈ। ਮੈਂ ਵੀ ਇਸ ਮੈਦਾਨੇ ਜੰਗ ਅੰਦਰ ਤੁਹਾਡੇ ਨਾਲ ਹੋ ਸਕਦਾ ਹੈ ਜਦੋਂ ਇਤਿਹਾਸ ਲਿਖਿਆ ਜਾਵੇ ਤੇ ਉਹਦੇ ਵਿੱਚ ਕਿਤੇ ਮੇਰੇ ਗਰੀਬੜੇ ਦਾ ਨਾਮ ਹੀ ਦਰਜ ਕਰ ਦਿੱਤਾ ਜਾਵੇ। ਜਦੋਂ ਨੱਥੇ ਨੇ ਸੁਣਿਆ ਹੈ ਨਾ, ਮਨ ਉਹ ਹੋਰ ਦੂਣਾ ਚਾਉਣਾ ਹੋ ਗਿਆ ਹੋਵੇ। ਇਹ ਤਿੰਨ ਜਾਣੇ ਹੋ ਗਏ। ਕਿਸੇ ਦੇ ਹੱਥ ਵਿੱਚ ਕਮਾਨ ਹੈ, ਤੀਰ ਕਮਾਨ ਹੈ, ਕਿਸੇ ਦੇ ਹੱਥ ਵਿੱਚ ਤਲਵਾਰ ਹੈ, ਕਿਸੇ ਦੇ ਹੱਥ ਵਿੱਚ ਕੁਝ ਵੀ ਨਹੀਂ। ਤੇ ਉਹਨੇ ਜਾ ਕੇ ਤੂੜੀ ਵਾਲੇ ਬਰਾਂਡੇ ਦੇ ਵਿੱਚੋਂ ਤੰਗਲੀ ਫੜ ਲਿਆਂਦੀ। ਇਹਦਾ ਭਾਣਜਾ ਆਇਆ ਹੋਇਆ ਸੀ। ਭਾਣਜੇ ਨੇ ਜਦੋਂ ਸੁਣਿਆ ਉਹਨੇ ਆਖਿਆ, ਮਾਮਾ ਜੀ ਮੈਂ ਵੀ ਤੁਹਾਡੇ ਨਾਲ ਹੈ, ਕਿਤੇ ਘਬਰਾਇਓ ਨਾ। ਚਾਰ ਜਾਣੇ ਹੋ ਗਏ। ਜੋ ਹੱਥ ਵਿੱਚ ਆਇਆ ਲੈ ਕੇ ਤੁਰਨ ਲੱਗੇ। ਇਹਨੇ ਚਿਰ ਨੂੰ ਬੜੀ ਦੇਰ ਹੋ ਗਈ ਏ। ਜਾ ਕੇ ਵੇਖਿਆ ਜਾਵੇ ਕਿ ਨੱਥਾ ਅਜੇ ਆਇਆ ਕਿਉਂ ਨਹੀਂ। ਚੌਕੀਦਾਰ ਨੂੰ ਬੁਲਾਉਣ ਵਾਸਤੇ ਭੇਜਿਆ ਗਿਆ। ਚੌਕੀਦਾਰ ਨੇ ਦਰਵਾਜ਼ੇ 'ਚ ਖਲੋ ਕੇ ਇਹਨਾਂ ਚਾਰਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ। ਉਹਨੇ ਆਖਿਆ, ਸਰਦਾਰਾ ਸਾਰੀ ਉਮਰ ਤੁਹਾਡੇ ਘਰਾਂ ਦੇ ਵਿੱਚ ਸੁਨੇਹਾ ਦਿੰਦੇ ਮਰ ਜਾਣਾ ਹੈ, ਇਹੋ ਜੀ ਜ਼ਿੰਦਗੀ ਮਰ ਜਾਣਾ ਹੈ। ਆਮ ਲੋਕ ਆਉਂਦੇ ਨੇ ਸੰਸਾਰ ਤੇ ਆ ਕੇ ਤੁਰ ਜਾਂਦੇ ਨੇ, ਕੋਈ ਪੁੱਛਦਾ ਵੀ ਨਹੀਂ। ਜੇ ਮੈਂ ਕੋਈ ਚੰਗਾ ਕਰ ਜਾਵਾਂ ਹੋ ਸਕਦਾ ਰਹਿੰਦੀ ਦੁਨੀਆ ਤੱਕ ਮੈਂ ਵੀ ਯਾਦ ਰਹਿ ਜਾਵਾਂ। ਮੈਂ ਵੀ ਤੁਹਾਡੇ ਨਾਲ ਹੈ। ਚੌਕੀਦਾਰ ਵੀ ਨਾਲ ਹੋ ਤੁਰਿਆ। 5 ਹੋ ਗਏ। ਇਹ 5 ਜਾਣੇ ਲੈ ਕੇ ਰਾਏ ਸਿੰਘ ਨੂੰ ਜਦੋਂ ਤੁਰ ਲੱਗੇ ਨੇ, ਨਗਰ ਤੋਂ ਬਾਹਰ ਆਏ। ਹਰਭਗਤ ਨਰਿੰਜਨੀਆ ਕਹਿੰਦਾ, ਇੱਕ ਗਿਆ ਸੀ ਚੌਕੀਦਾਰ, ਉਹ ਵੀ ਨਹੀਂ ਆਇਆ ਹੈ, ਮੈਂ ਜਾ ਕੇ ਵੇਖ ਕੇ ਆਉਣਾ ਹੈ। ਜਦੋਂ ਇਹ ਜਾ ਕੇ ਵੇਖਣ ਵਾਸਤੇ ਗਏ ਨੇ, ਦੂਰੋਂ ਵੇਖ ਲਿਆ ਉਹ 5 ਜਾਣੇ ਰਾਏ ਸਿੰਘ ਨੂੰ ਲੈ ਕੇ ਭੱਜ ਰਹੇ ਨੇ। ਇਹ ਉਸੇ ਵੇਲੇ ਭੱਜਾ ਹੋਇਆ ਆਇਆ। ਨੂਰਦੀਨ ਨੂੰ ਕਹਿਣ ਲੱਗਾ, ਕਹਿੰਦਾ ਸੂਬੇ ਫੌਜਦਾਰ ਸਾਹਿਬ ਕੀ ਉਡੀਕਦੇ ਜੇ? ਕਹਿੰਦਾ ਨੱਥੇ ਨੂੰ ਉਡੀਕਦਾ। ਕਹਿੰਦਾ ਕੀ ਲੱਗਦਾ ਹੈ ਉਹ ਆਵੇਗਾ?
ਕਹਿੰਦਾ ਉਹਦੇ ਕੋਲ ਹੋਰ ਕੋਈ ਚਾਰਾ ਵੀ ਨਹੀਂ, ਉਹ ਕਿਸੇ ਪਾਸੇ ਜਾ ਵੀ ਨਹੀਂ ਸਕਦਾ ਹੈ। ਕਹਿੰਦਾ ਫਿਰ ਉਹ ਭੱਜ ਗਿਆ ਜੇ, ਰਾਏ ਸਿੰਘ ਨੂੰ ਲੈ ਕੇ ਭੱਜ ਗਿਆ। ਇੰਨੀ ਗੱਲ ਸੁਣੀ ਫੌਜਦਾਰ ਨੂਰਦੀਨ ਨੇ ਆਖਿਆ ਭੱਜ ਕੇ ਜਾਵੇਗਾ ਕਿੱਥੇ। ਉਸੇ ਵੇਲੇ ਆਪਣੇ ਸਿਪਾਹੀ ਕੀਤੇ ਨੇ ਤਿਆਰ ਹੋ ਕੇ ਘੋੜੇ ਤੇ ਸਵਾਰ, ਨਾਲ ਮੰਡਿਆਲੇ ਦੇ ਮੱਸੇ ਚੌਧਰੀ ਦੇ ਭਰਾ ਮੰਡਿਆਲੀਏ ਰੰਗੜ ਵੀ ਤਿਆਰ ਹੋਏ ਨੇ, ਹਰਭਗਤ ਨਰਿੰਦਰੀਆ ਤਿਆਰ ਹੋਇਆ ਹੈ। ਇਹਨੇ ਨੂੰ ਨੱਥਾ ਚੌਧਰੀ ਤੁਰਿਆ ਜਾ ਰਿਹਾ, ਭੱਜਾ ਜਾ ਰਿਹਾ, ਦੌੜਾ ਜਾ ਰਿਹਾ, ਮਗਰ ਧੂੜ ਧਮਾਉਂਦੇ ਹੋਏ ਫੌਜਦਾਰ ਨੂਰਦੀਨ ਤੇ ਮੰਡਿਆਲੇ ਦੇ ਰੰਗੜਾਂ ਦੇ ਘੋੜੇ ਮਗਰ ਭੱਜੇ ਹੋਏ ਆ ਰਹੇ ਨੇ। ਇਹਨਾਂ ਪਿਓ ਪੁੱਤਾਂ ਨੇ ਵੇਖਿਆ, ਨੱਥੇ ਨੇ ਸੋਚਿਆ ਕਹਿੰਦਾ ਕਿੰਨਾ ਕੁ ਭੱਜ ਲਵਾਂਗੇ, ਭੱਜਣ ਇਹਨਾਂ ਦੇਣਾ ਨਹੀਂ। ਪਿੰਡ ਤੋਂ ਅਜੇ ਬਾਹਰ ਹੀ ਨਿਕਲਿਆ ਸੀ, ਇੱਕ ਮਲਾ ਸੀ, ਉਸ ਮਲੇ ਨੂੰ ਮੋਰਚਾ ਬਣਾ ਕੇ ਆਏ ਹੋਏ ਸਿਪਾਹੀਆਂ ਨੂੰ, ਆਏ ਹੋਏ ਦੁਸ਼ਮਣਾਂ ਦਾ ਮੁਕਾਬਲਾ ਕਰਨ ਵਾਸਤੇ ਇਹਨੇ ਉੱਥੇ ਮੋਰਚਾਬੰਦੀ ਕਰ ਲਈ ਹੈ। ਹੁਣ ਉਧਰੋਂ ਸਰਪਟ ਦੌੜਦੇ ਘੋੜੇ ਆ ਰਹੇ ਨੇ, ਇਧਰ ਨੱਥਾ ਤੁਰਿਆ ਜਾ ਰਿਹਾ ਹੈ, ਕਿਸੇ ਦੇ ਹੱਥ ਵਿੱਚ ਤੰਗਲੀ ਹੈ, ਕਿਸੇ ਦੇ ਕਈ ਦਾ ਦਸਤਾ ਹੈ, ਕਿਸੇ ਦੇ ਹੱਥ ਵਿੱਚ ਕਿਰਪਾਨ ਹੈ, ਕਿਸੇ ਦੇ ਮੋਢੇ ਤੇ ਤੀਰ ਕਮਾਨ ਹੈ, ਤੀਰਾਂ ਦਾ ਪੱਥਾ ਹੈ। ਇਹ ਗੱਲ ਵੇਖੀ ਰਾਏ ਸਿੰਘ ਨੇ ਆਖਿਆ ਤਾਇਆ ਅਸੀਂ ਕਰਨ ਕੀ ਲੱਗੇ ਆ। ਉਹਨੇ ਆਖਿਆ ਪੁੱਤਰਾ ਅੱਜ ਮਰ ਜਾਂ ਮਾਰ ਦੇਣ ਦੀ ਗੱਲ ਆ ਗਈ ਹੈ, ਅੱਜ ਹੁਣ ਮੈਦਾਨੇ ਜੰਗ ਅੰਦਰ ਲੜ ਕੇ ਮਰਨ ਦੀ ਜਾਂ ਸ਼ਹੀਦ ਹੋਣ ਦੀ ਗੱਲ ਆ ਗਈ ਹੈ। ਉਹਨੇ ਆਖਿਆ ਤਾਇਆ ਜੇ ਜੰਗ ਲੜਨੀ ਹੈ ਤੇ ਫਿਰ ਮੈਂ ਕੀ ਕਰਾਂ, ਮੈਂ ਵੀ ਕੁਝ ਮੈਨੂੰ ਵੀ ਦਿਓ, ਮੈਂ ਵੀ ਤੁਹਾਡੇ ਨਾਲ ਹੋ ਕੇ ਜੰਗ ਲੜਾਂਗਾ। ਜਦੋਂ ਇਹ ਗੱਲ ਸੁਣੀ ਹੈ ਨੱਥੇ ਨੇ ਘੁੱਟ ਕੇ ਛਾਤੀ ਨਾਲ ਲਾਇਆ। ਉਹਨੇ ਆਖਿਆ ਪੁੱਤਰਾ ਜੇ ਤੂੰ ਮੇਰੇ ਨਾਲ ਹੈ ਫਿਰ ਅਸੀਂ ਕਦੇ ਵੀ ਜੰਗ ਨਹੀਂ ਹਾਰਦੇ। ਉਹਨੇ ਆਖਿਆ ਤਾਇਆ ਮੇਰੇ ਕੋਲ ਹੈ ਕੁਝ ਨਹੀਂ। ਉਹਨੇ ਆਖਿਆ ਫਿਰ ਕੀ ਹੈ ਤੂੰ ਨਾਲ ਤੇ ਹੈ। ਕਹਿੰਦਾ ਤਾਇਆ ਚੰਗਾ ਫਿਰ ਤੂੰ ਤੀਰ ਚਲਾਈ ਤੇ ਮੈਂ ਪੱਥੇ ਚੋਂ ਕੱਢ ਕੇ ਤੈਨੂੰ ਤੀਰ ਫੜਾਵਾਂਗਾ। ਮਾਨੋ ਇੰਨੀ ਗੱਲ ਕਹਿਣ ਦੀ ਦੇਰ ਸੀ, ਨੱਥਾ ਤੇ ਦੂਣਾ ਚੌਣਾ ਹੋ ਗਿਆ। ਉਹਨੇ ਆਖਿਆ ਪੁੱਤਰਾ ਤੇਰਾ ਇੱਕ ਇੱਕ ਫੜਾਇਆ ਹੋਇਆ ਤੀਰ 10-10 ਦੁਸ਼ਮਣਾਂ ਨੂੰ ਵਿੰਨਦਾ ਹੋ ਜਾਵੇਗਾ। ਜਦੋਂ ਇਹ ਗੱਲ ਹੋਈ ਹੈ ਮਲੇ ਦਾ ਮੋਰਚਾ ਬਣਾ ਲਿਆ ਗਿਆ। ਨੱਥੇ ਨੇ ਪੱਥੇ ਚੋਂ ਕੱਢਿਆ ਤੀਰ, ਚਾੜਿਆ ਧਨਖ ਦੀ ਤੰਦੀ ਤੇ ਸ਼ਰ ਕਰਦਾ ਤੀਰ ਛੱਡਿਆ ਹੈ। ਮਾਨੋ ਨੱਥੇ ਨੇ ਇੰਨੇ ਤੇਜ਼ ਤੀਰ ਛੱਡੇ ਨੇ, ਇੱਕ ਇੱਕ 10-10 ਦੇ ਵਿੱਚ ਦੀ ਵਿੰਨਦਾ ਹੋਇਆ ਤੁਰਿਆ ਜਾ ਰਿਹਾ ਹੈ। ਲੋਥਾਂ ਦੇ ਸਤਾਰ ਵਿਛਣੇ ਸ਼ੁਰੂ ਹੋ ਗਏ, ਇੱਕ ਤੋਂ ਬਾਅਦ ਇੱਕ ਤੀਰਾਂ ਦਾ ਮੀਂਹ ਵਰਾਉਣ ਲੱਗਾ। ਨੱਥਾ ਚੌਧਰੀ ਉਸ ਵਕਤ ਕਿਸਮਤ ਨੇ ਧੋਖਾ ਦਿੱਤਾ ਹੈ, ਕਰਮ ਹਾਰ ਦੇ ਗਏ, ਲੇਖਾਂ ਦੇ ਦਿੱਤੀ ਹੋਈ ਹਾਰ। ਤੀਰ ਦੀ ਕਮਾਨ ਦੀ ਤੰਦੀ ਟੁੱਟ ਗਈ, ਨੱਥਾ ਇੱਕ ਵਾਰੀ ਨਿਹੱਥਾ ਹੋ ਗਿਆ। ਇਹਨੇ ਹੁਣ ਗਾਤਰੇ ਵਿੱਚ ਪਈ ਹੋਈ ਸ਼ਮਸ਼ੀਰ ਨੂੰ ਬੇਮਿਆਨੀ ਕੀਤਾ ਹੈ। ਉਹ ਕਰਕੇ ਬੇਮਿਆਨੀ ਨੱਥਾ ਚੌਧਰੀ ਜਿਸ ਕਦਰ ਆਏ ਹੋਏ ਦੁਸ਼ਮਣ ਦੇ ਨਾਲ ਢਾ ਕੇ ਛਾਤੀ ਲੜਨ ਲੱਗਾ ਹੈ, ਜਿਸ ਕਦਰ ਧਰਮ ਦਾ ਯੁੱਧ ਲੜਦਾ ਹੋਇਆ ਨੱਥਾ ਚੌਧਰੀ ਜਾਮੇ ਸ਼ਹਾਦਤ ਪੀਂਦਾ ਹੈ, ਉਸ ਵੇਲੇ ਦੇ ਅੱਖਰਾਂ ਨੂੰ ਵਾਰ ਦੇ ਰੂਪ ਦੇ ਅੰਦਰ ਮਧੂ ਛਾਂਗੀਏ ਦਾ ਢਾਡੀ ਜਥਾ
ਸੂਰਮਾ ਜਿਵੇਂ ਚੰਦ ਨੂੰ ਪਿਆ ਪਰਵਾਰ ਲੱਗੀਆਂ ਚ ਫੇਰਿਓ ਗੋਲੀਆਂ ਵਰਨ ਲੱਗੀਆਂ ਚ ਫੇਰਿਓ ਗੋਲੀਆਂ ਜਿਵੇਂ ਭੂਤ ਬਰਸਾਉਣ ਯਾਰ ਉਧਰ ਗੋਡ ਮਾਰ ਬੈਠਾ ਨੱਥਾ ਸੂਰਮਾ ਉਧਰ ਗੋੜ ਮਾਰ ਬੈਠਾ ਨੱਥਾ ਸੂਰਮਾ ਮਾਰ ਕਰੇ ਲਲਕਾਰ ਕਾਰ ਲਲਕਾਰ ਤੀਰ ਚੱਲੇ ਬਈ ਹੋ ਮੇਰੀ ਦਾਦੀਏ ਤੀਰ ਚੱਲੇ ਓਏ ਬਈ ਦੀ ਕਮਾਨ ਚੋ ਸੁੱਕੇ ਹੁਣ ਸੀਨੇ ਸੀਨਿਆਂ ਚੋ ਪਾਰ ਤੀਰ ਚੱਲੇ ਹੋਏ ਬਈ ਦੀ ਕਮਾਨ ਚੋ ਚੱਲੇ ਹੋਏ ਬਈ ਦੀ ਕਮਾਨ ਚੋ ਸੁੱਕੇ ਹੁਣ ਸੀਨੇ ਸੀਨਿਆਂ ਚੋ ਪਾਰ ਉਹ ਕਰ ਸਕੇ ਸਰਜੀਤ ਨਾ ਸੰਜੀਵਣੀ ਕਰ ਸਕੇ ਸਰਜੀਤ ਸਰਜੀਤ ਨਾ ਸੰਜੀਵਣੀ ਜਿਹੜੇ ਟੰਗੇ ਉਹਦੇ ਨਾਗਾ ਇੱਕ ਵਾਰ ਤੰਦੀ ਅੱਧ ਵਿੱਚੋਂ ਟੁੱਟ ਗਈ ਕਮਾਨ ਦੀ ਤੰਦੀ ਅੱਧ ਵਿੱਚੋਂ ਟੁੱਟ ਗਈ ਕਮਾਨ ਦੀ ਦਿਲੇ ਖਾਣੇ ਕਵੇਲੇ ਆ ਕੇ ਹਾਰ ਐ ਪਰ ਹੌਸਲਾ ਨਾ ਹਾਰਿਆ ਦਲੇਰ ਨੇ ਐ ਪਰ ਹੌਸਲਾ ਨਾ ਹਾਰਿਆ ਦਲੇਰ ਨੇ ਤੂੰ ਦੇਖ ਕੇ ਸੱਤ ਕਰਤਾਰ ਫਿਰ ਹੱਥੋਂ ਦੀ ਟਾਣੀਆਂ ਜੁੱਟੀਆਂ ਫੇਰ ਹੱਥੋਂ ਹੱਥੀ ਟਾਣੀਆਂ ਜੁੱਟੀਆਂ ਸਿਲਿਆਂ 'ਚ ਆਮੋ ਸਾਵੇਂ ਵਾਰ ਅੰਤ ਪਾ ਗਿਆ ਸ਼ਹੀਦੀ ਨਥਾ ਸੂਰਮਾ ਪਾ ਗਿਆ ਸ਼ਹੀਦੀ ਨਥਾ ਸੂਰਮਾ ਕੋਟਲੋਂ ਥਾਵਲੇ ਸੀਤਲਾ ਉਸਾਰ ਯਾਦ ਰਹਿੰਦੀਆਂ ਜੋਧਿਆ ਤੇਰੀਆਂ ਆ ਜੀ ਹਮਾਰਾ ਦੁਰਗਾ ਜਾ ਨਥਾ ਹਜ਼ਾਰਾਂ ਨੂੰ ਮਾਰਦਾ ਹੋਇਆ ਸਦਾ ਵਾਸਤੇ ਸੱਚਖੰਡ ਬਿਰਾਜ ਗਿਆ ਸ਼ਹੀਦ ਹੋ ਗਿਆ ਨੱਥੇ ਦਾ ਪੁੱਤਰ ਸ਼ਹੀਦ ਹੋ ਗਿਆ ਭਾਣਜਾ ਸ਼ਹੀਦ ਹੋ ਗਿਆ ਇਹਦਾ ਕਾਮਾ ਸ਼ਹੀਦ ਹੋ ਗਿਆ ਚੌਕੀਦਾਰ ਸ਼ਹੀਦ ਹੋ ਗਿਆ ਇਹ ਪੰਜੇ ਜਾਣੇ ਸ਼ਹੀਦ ਹੋ ਗਏ ਮਾਸੂਮ ਬੱਚੇ ਨੇ ਅਜੇ ਵੀ ਨੱਥੇ ਦੀਆਂ ਲੱਤਾਂ ਨੂੰ ਜਫਾ ਪਾਇਆ ਹੋਇਆ ਇੱਕ ਸਿਪਾਹੀ ਨੇ ਨਿਓ ਕੇ ਇਹਦੀ ਗਰਦਨ ਦੇ ਵਿੱਚ ਵਾਰ ਕੀਤਾ ਹੈ ਤਲਵਾਰ ਦਾ ਵਾਰ ਕੀਤਾ ਹੈ ਦੂਜੇ ਨੇ ਦੂਜੇ ਪਾਸਿਓਂ ਕੀਤਾ ਹੈ ਇੱਕ ਨੇ ਸਾਹਮਣੇ ਤੋਂ ਕੀਤਾ ਹੈ 3 ਵਾਰ ਹੋਏ ਨੇ 7 ਸਾਲ ਦੀ ਉਮਰ ਹੈ ਭਰਵੇਂ ਵਾਰ 3 ਹੋਏ ਨੇ ਫੱਟੜ ਹੋ ਕੇ ਧਰਤੀ ਤੇ ਡਿੱਗ ਪਿਆ ਹੈ
ਇਹਨੂੰ ਮਰਿਆ ਹੋਇਆ ਜਾਣ ਕੇ ਇਹ ਸਾਰੇ ਹੀ ਇੱਥੋਂ ਚਲੇ ਗਏ ਕਿ ਹੁਣ ਮਾਰ ਦਿੱਤਾ ਹੈ, ਕੰਮ ਖਤਮ ਹੋਇਆ। ਪਰ ਸਤਿਗੁਰਾਂ ਦੀ ਬਾਣੀ ਕਹਿੰਦੀ ਇਹ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜੋ ਉਸ ਨੂੰ ਮਨਜ਼ੂਰ ਹੁੰਦਾ ਹੈ ਉਹੀ ਹੋਇਆ ਕਰਦਾ ਹੈ। ਇਹੋ ਜਿਹੇ ਸਹਿਕ ਰਿਹਾ ਸੀ, ਜਾਨ ਨਿਕਲੀ ਨਹੀਂ। ਕੰਬੋ ਪਿੰਡ ਵੱਲੋਂ ਇੱਕ ਮਾਲਣ ਆ ਰਹੀ ਸੀ, ਇਸੇ ਰਸਤੇ ਲੰਘਦੀ ਹੋਈ ਨੇ ਵੇਖਿਆ ਉੱਥੇ ਪਈਆਂ ਹੋਈਆਂ ਲਾਸ਼ਾਂ ਦੇ ਵਿੱਚ ਇੱਕ ਮਾਸੂਮ ਬੱਚੇ ਦੀ ਲਾਸ਼ ਪਈ ਹੈ। ਉਹਨੇ ਵੇਖਿਆ ਗਾਂ ਹੋ ਕੇ ਵੇਖਾਂ ਤਾਂ ਸਹੀ ਕੀ ਵੇਖਦੀ ਹੈ, ਲਾਸ਼ ਨਹੀਂ, ਇਹ ਤੇ ਅਜੇ ਜਿਉਂਦਾ ਹੈ, ਇਹਦੇ ਤੇ ਅਜੇ ਸਾਹ ਆ ਰਹੇ ਨੇ। ਉਸੇ ਵੇਲੇ ਚੁੱਕ ਕੇ ਆਪਣੇ ਘਰ ਲੈ ਗਈ ਏ। ਇਹਨੇ ਵੈਦ ਹਕੀਮ ਨੂੰ ਕਿਸੇ ਨੂੰ ਸੱਦਿਆ ਹੈ, ਇਲਾਜ ਕਰਵਾਇਆ ਹੈ। ਕੁਝ ਦਿਨਾਂ ਬਾਅਦ ਰਾਏ ਸਿੰਘ ਤੰਦਰੁਸਤ ਹੋਇਆ ਹੈ। ਇਹਨੂੰ ਹੋਸ਼ ਆਈ। ਹੋਸ਼ ਆਉਣ ਤੇ ਇਸ ਨੂੰ ਪਤਾ ਪੁੱਛਿਆ ਗਿਆ ਹੈ। ਇਹਨੇ ਦੱਸਿਆ ਕਿ ਮੇਰੇ ਘਰ-ਬਾਰ ਦਾ ਤੇ ਹੁਣ ਪਤਾ ਨਹੀਂ ਕੀ ਹੋਇਆ ਹੋਵੇਗਾ, ਪਰ ਇਹਨੇ ਦੱਸਿਆ ਕਿ ਮੇਰੀ ਮਾਸੀ ਪਿੰਡ ਰਟੌਲ ਵਿੱਚ ਰਹਿੰਦੀ ਹੈ। ਕੁਝ ਸਮਾਂ ਪਿਆ, ਤੰਦਰੁਸਤ ਹੋਇਆ। ਇਹਨੂੰ ਇਹਦੀ ਮਾਸੀ ਪਿੰਡ ਰਟੌਲ ਦੇ ਪਿੰਡ ਵਿੱਚ ਛੱਡ ਦਿੱਤਾ ਗਿਆ, ਉੱਥੇ ਪਹੁੰਚਾ ਦਿੱਤਾ ਗਿਆ। ਇਹ ਵੱਡਾ ਹੋਇਆ ਹੈ, ਇਹਦਾ ਵਿਆਹ ਹੋਇਆ ਤੇ ਫਿਰ ਇੱਕ ਹੋਣਹਾਰ ਪੁੱਤਰ ਨੂੰ ਜਨਮ ਦਿੱਤਾ ਹੈ। ਉਹਦਾ ਨਾਂ ਹੈ ਸਰਦਾਰ ਰਤਨ ਸਿੰਘ ਭੰਗੂ, ਜਿਨ੍ਹਾਂ ਨੇ ਬਹੁਤ ਸਾਰਾ ਸਰਮਾਇਆ ਕੌਮ ਦੀ ਝੋਲੀ ਪਾਇਆ ਹੈ। ਇਤਿਹਾਸ ਨੂੰ ਖੋਜ ਕੇ ਕੌਮ ਦੀ ਝੋਲੀ ਪਾਇਆ ਹੈ ਤੇ ਉਸ ਇਤਿਹਾਸ ਨੂੰ ਵੱਡੇ ਵੱਡੇ ਵਿਦਵਾਨ ਪੜ੍ਹ ਕੇ ਉਹ ਸੰਗਤਾਂ ਦੇ ਸਨਮੁਖ ਰੱਖਦੇ ਨੇ। ਉਸੇ ਇਤਿਹਾਸ ਦੇ ਵਿੱਚੋਂ ਆਪ ਜੀ ਦੇ ਨਾਲ ਕੁਝ ਵਿਚਾਰਾਂ ਕੀਤੀਆਂ। ਗੱਲ ਮੈਂ ਕੇਵਲ ਇਹ ਕਰ ਰਿਹਾ ਸੀ, ਸਿਰ ਤੇ ਬੱਜੀ ਹੋਈ ਦਸਤਾਰ ਕੇਵਲ ਦਸਤਾਰ ਨਹੀਂ, ਇਸ ਦਸਤਾਰ ਨੂੰ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਾਜ ਮੰਨਿਆ ਜਾਵੇ ਨਾ, ਇਸ ਦਸਤਾਰ ਦਾ ਮੁੱਲ ਕੁਝ ਮੀਟਰਾਂ ਦੇ ਵਿੱਚ ਨਹੀਂ, ਕੁਝ ਰੁਪਈਆਂ ਦੇ ਵਿੱਚ ਨਹੀਂ। ਇਸ ਪੱਗ ਦਾ ਮੁੱਲ ਕੀ ਹੈ ਉਹ ਸਾਨੂੰ ਸਾਡੇ ਇਤਿਹਾਸ ਤੋਂ ਪਤਾ ਲੱਗਦਾ ਹੈ। ਇਸ ਪੱਗ ਦਾ ਮੁੱਲ ਤਾਰਿਆ ਚੌਧਰੀ ਨੱਥੇ ਖੈਰੇ ਨੇ। ਉਹਨੇ ਆਪਣੀ ਜਾਨ ਕੁਰਬਾਨ ਕਰਕੇ ਵੀ ਪੱਗ ਵਟਾਈ ਜਿਹੜੀ ਸੀ ਉਹਨੂੰ ਦਾਗਦਾਰ ਨਹੀਂ ਹੋਣ ਦਿੱਤਾ ਹੈ, ਯਾਰੀ ਨੂੰ ਦਾਗਦਾਰ ਨਹੀਂ ਹੋਣ ਦਿੱਤਾ ਹੈ। ਐਸੇ ਸੂਰਮੇ ਦੀ ਵਾਰਤਾ ਆਪ ਜੀ ਦੇ ਨਾਲ ਕਹਿ ਰਿਹਾ ਸਾਂ। ਕਹਿੰਦੇ ਹੋਇਆ ਬੇਅੰਤ ਭੁੱਲਾਂ ਕਰ ਗਿਆ ਹੋਵਾਂਗਾ, ਆਪ ਸਰਬੱਤ ਸਾਧ ਸੰਗਤਾਂ ਬਖਸ਼ਣ ਯੋਗ ਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ। ਧੰਨਵਾਦ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਦਾਸਰਿਆਂ ਦੀ ਸੇਵਾ ਨੂੰ ਪ੍ਰਵਾਨ ਕੀਤਾ। ਧੰਨਵਾਦ ਕਰਦਾ ਮੈਂ ਮਹਾਂਪੁਰਸ਼ਾਂ ਦਾ, ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ, ਜਥੇਦਾਰ ਬਾਬਾ ਗੁਰਜੰਟ ਸਿੰਘ ਜੀ, ਉਹਨਾਂ ਨੇ ਬੜੀ ਹੀ ਉਪਰਾਲੇ ਕਰਕੇ, ਬੜੇ ਯੋਗ ਉਪਰਾਲੇ ਕਰਕੇ ਉਹਨਾਂ ਨੇ ਸੰਗਤਾਂ ਦੇ ਵਾਸਤੇ ਇਹ ਪ੍ਰਬੰਧ ਕੀਤੇ ਨੇ। ਇਥੋਂ ਦੀ ਸੇਵਾ ਸੰਭਾਲੀ ਹੋਈ ਹੈ, ਬੜੇ ਸੁਚੱਜੇ ਢੰਗ ਦੇ ਨਾਲ ਇਹ ਸੇਵਾ ਚੱਲ ਰਹੀ ਹੈ ਔਰ ਸੇਵਾਦਾਰ ਜਿਹੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਕਾਰਜਾਂ ਦੇ ਵਿੱਚ ਉਹਨਾਂ ਸਹਾਈ ਹੁੰਦੇ ਨੇ, ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਹਰਦੀਪ ਸਿੰਘ ਜੀ, ਜਿਨ੍ਹਾਂ ਨੇ ਪਹਿਲਾਂ ਕਥਾ ਵਿਚਾਰਾਂ ਦੇ ਨਾਲ ਆਪ ਜੀ ਦੀ ਸੰਗਤਾਂ ਨੂੰ ਨਿਹਾਲ ਕੀਤਾ ਹੈ, ਉਹਨਾਂ ਵੱਲੋਂ ਹੁਕਮ ਲਾਇਆ ਗਿਆ, ਮਹਾਂਪੁਰਸ਼ਾਂ ਦਾ ਹੁਕਮ ਉਹਨਾਂ ਨੇ ਦਾਸਰਿਆਂ ਤੱਕ ਪਹੁੰਚਾਇਆ। ਦਾਸਰਿਆਂ ਨੇ ਉਸ ਹੁਕਮ ਦੀ ਤਾਮੀਲ ਕਰਦਿਆਂ ਹੋਇਆਂ ਆਪ ਸੰਗਤਾਂ ਦੇ ਜੋੜੇ ਝਾੜਨ ਵਾਸਤੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ। ਜੋੜੇ ਝਾੜਦਿਆਂ, ਇਤਿਹਾਸ ਗਾਣ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਵਗਿਆ ਹੋ ਜਾਂਦੀਆਂ ਹਨ। ਸੰਗਤਾਂ ਬਖਸ਼ਣ ਯੋਗ ਹਨ, ਸਤਿਗੁਰੂ ਜੀ ਬਖਸ਼ਣ ਯੋਗ ਹਨ। ਧੰਨਵਾਦ ਕਰਦਾ ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਆਪ ਜੀ ਦੇ ਪਾਸੋਂ ਖਿਮਾ ਦਾ ਜਾਚਕ ਹਾਂ। ਕੋਟਾਨ ਕੋਟ ਸ਼ੁਕਰਾਨਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਮੇਰਾ ਪ੍ਰਿਆ ਸਿਰ ਤੇ ਹੱਥ ਰੱਖ ਕੇ ਆਪ ਜੀ ਦੀ ਸੇਵਾ ਕਰਵਾਈ ਹੈ। ਮੇਰੇ ਬਹੁਤ ਸਤਿਕਾਰਯੋਗ ਵੀਰ ਜੀ, ਜਿਨ੍ਹਾਂ ਨੇ ਅੰਮ੍ਰਿਤ ਗੁਰਬਾਣੀ ਚੈਨਲ ਵਾਲੇ, ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਘਰ ਵਿੱਚ ਬੈਠੀਆਂ ਹੋਈਆਂ ਸੰਗਤਾਂ ਤੱਕ ਵੀ ਪਹੁੰਚਾਇਆ ਹੈ, ਉਹਨਾਂ ਦਾ ਵੀ ਧੰਨਵਾਦ ਹੈ। ਬੜੇ ਪਿਆਰ ਦੇ ਨਾਲ, ਉਹ ਬੜੇ ਸੁਚੱਜੇ ਢੰਗ ਦੇ ਨਾਲ ਇਹ ਸਾਰੀ ਕਵਰੇਜ ਕਰਦੇ ਨੇ, ਬੜੇ ਪਿਆਰ ਵਾਲੇ ਵੀਰ ਨੇ, ਉਹਨਾਂ ਦਾ ਵੀ ਧੰਨਵਾਦ। ਮੇਰੇ ਸਾਊਂਡ ਵਾਲੇ ਵੀਰ ਦਾ ਧੰਨਵਾਦ, ਜਿਨੇ ਬੜੇ ਸੁਚੱਜੇ ਢੰਗ ਦੇ ਨਾਲ ਸਾਊਂਡ ਦੀ ਸੈਟਿੰਗ ਕਰਕੇ ਫਿਰ ਸਾਡੀ ਆਵਾਜ਼ ਨੂੰ ਆਪ ਸੰਗਤਾਂ ਤੱਕ ਪਹੁੰਚਾਇਆ ਹੈ। ਆਪ ਦੇ ਵੱਲੋਂ ਬੇਅੰਤ ਅਸੀਸਾਂ ਮਾਇਆ ਦੇ ਰੂਪ ਦੇ ਵਿੱਚ ਪਹੁੰਚੀਆਂ ਨੇ। ਧੰਨਵਾਦ ਕਰਦੇ ਸਤਿਗੁਰਾਂ ਪਾਸ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ, ਗੁਰੂ ਪਾਤਸ਼ਾਹ ਸਰਬੱਤ ਦੀਆਂ ਭਾਵਨਾਵਾਂ ਪੂਰਨ ਕਰਨ, ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਦੇ ਨਾਲ ਅਸੀਸ ਬਖਸ਼ੋ। ਦਾਸ ਭਾਈ ਕੁਲਬੀਰ ਸਿੰਘ ਮੱਧੂ ਸ਼ਾਂਗੀਆ ਸਾਥ ਦੇ ਰਹੇ ਸਨ। ਢਾਡੀ ਹਰਜਿੰਦਰ ਸਿੰਘ ਮਾਨ, ਸਰੰਗੀ ਮਾਸਟਰ ਵੀਰ ਦਲਬਾਗ ਸਿੰਘ ਬੂ, ਢਾਡੀ ਪ੍ਰਭਜੋਤ ਸਿੰਘ ਅੰਮ੍ਰਿਤਸਰ ਤੋਂ ਇੱਕ ਜਥੇਬੰਦੀ ਦੇ ਰੂਪ ਦੇ ਵਿੱਚ ਆਪ ਜੀ ਦੀ ਸੇਵਾ ਕੀਤੀ ਹੈ। ਇੰਨੀ ਸੇਵਾ ਪ੍ਰਵਾਨ ਕਰਨੀ ਅਸੀਸ ਬਖਸ਼ੋ। ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।